सारे रसना पवित्र करो, सारे आखो। गुरसिख मीत चलो गुर चाली, गुरसिख मीत चलो गुर चाली, गुरसिख और जो गुर का है सोई भल मानो, हारे हारे कथा निराली। ਆਪਾਂ ਇਹ ਸ਼ਬਦ ਦੁਬਾਰਾ ਸਰਵਣ ਕਰ ਰਹੇ ਹਾਂ। ਸਵੇਰ ਦੇ ਦੀਵਾਨ ਦੇ ਵਿੱਚ ਆਪਾਂ ਜਿਵੇਂ ਕਿ ਪਾਵਨ ਸ਼੍ਰੀ ਮੁਖ ਵਾਕ ਦੀ ਵਿਚਾਰ ਦਾ ਵਿਸ਼ੇਸ਼ ਉਹ ਸਮਾਂ ਹੈ, ਸਮੇਂ ਅਨੁਸਾਰ ਆਪਾਂ ਵਿਚਾਰਨ ਦਾ ਯਤਨ ਕੀਤਾ ਸੀ। ਲੇਕਿਨ ਮੈਂ ਐਸਾ ਪ੍ਰਤੀਤ ਕਰਦਾ ਸਾਂ ਕਿ ਇਹ ਅੱਜ ਦਾ ਮੈਸੇਜ ਹੈ, ਅੱਜ ਦਾ ਸੁਨੇਹਾ ਹੈ, ਜਾਂ ਮੈਂ ਇਹਨੂੰ ਆਖਾਂ ਆਰਡਰ ਆਫ ਦਾ ਡੇ, ਇਹ ਅੱਜ ਦਾ ਹੁਕਮਨਾਮਾ ਹੈ। ਤਾਂ ਸਾਨੂੰ ਫਿਰ ਵੀ ਇਸ ਨੂੰ ਪੜ੍ਹਨਾ, ਇਸ ਨੂੰ ਵਿਚਾਰਨਾ ਚਾਹੀਦਾ ਹੈ। ਕਮ ਸੇ ਕਮ ਘੱਟ ਤੋਂ ਘੱਟ ਅੱਜ ਦਾ ਦਿਨ ਤਾਂ ਸਾਡਾ ਇਸ ਭਾਵਨੀ ਨਾਲ ਬਤੀਤ ਹੋਵੇ ਨਾ, ਚੱਲੇ ਨਾ। ਸਿਆਣੇ ਪੁਰਸ਼ਾਂ ਦਾ ਕਥਨ ਹੈ, ਜੇ ਅੱਜ ਅਸੀਂ ਠੀਕ ਸੇਧ ਵਿੱਚ ਗੁਜ਼ਾਰ ਲਿਆ ਤਾਂ ਭਲਕੇ ਆਉਣ ਵਾਲਾ ਜਿਹੜਾ ਅੱਜ ਹੈ ਨਾ ਉਹ ਵੀ ਸੇਧ ਵਿੱਚ ਹੋ ਸਕਦਾ ਹੈ। ਇਸੇ ਤਰ੍ਹਾਂ ਫਰਦਨ ਆਉਣ ਵਾਲੇ ਦਿਨ ਵੀ ਇਸੇ ਸੇਧ ਵਿੱਚ ਹੋ ਸਕਦੇ ਨੇ। ਇੱਥੋਂ ਇੱਕ ਇਹ ਸੁੰਦਰ ਉਦਾਹਰਨ ਵੀ ਸਾਨੂੰ ਮਿਲ ਸਕਦੀ ਹੈ। ਸਾਡਾ ਕਾਰੋਬਾਰੀ ਸਾਲ ਜਿਹੜਾ 2023 ਹੈ ਅੱਜ ਕੰਪਲੀਟ ਹੋ ਰਿਹਾ ਹੈ। ਰਾਤ 12 ਵਜੇ ਤੱਕ 31 ਦਸੰਬਰ ਹੈ, ਉਸ ਤੋਂ ਬਾਅਦ ਫਿਰ 1 ਜਨਵਰੀ ਸ਼ੁਰੂ ਹੋ ਜਾਣੀ ਹੈ ਨਵਾਂ ਸਾਲ ਜਿਹੜਾ ਕਾਰੋਬਾਰੀ ਹੈ। ਚੇਤਾ ਰੱਖਣਾ, ਸਿੱਖਾਂ ਦਾ ਆਪਣਾ ਕੈਲੰਡਰ ਹੈ ਜੋ 1 ਚੇਤਰ ਨੂੰ ਸ਼ੁਰੂ ਹੁੰਦਾ ਹੈ ਮਾਰਚ ਵਿੱਚ, ਇਹ ਨਾ ਚੇਤਾ ਭੁਲਾਉਣਾ। ਇਹ ਸਾਡਾ ਕਾਰੋਬਾਰੀ ਸਾਲ ਹੈ। ਲੇਕਿਨ ਉਸ ਵੇਲੇ ਵੀ ਅਸਾਂ ਨੇ ਅਰਦਾਸ ਕਰਨੀ ਹੈ ਸਾਰਿਆਂ ਨੇ ਜੁੜ ਕੇ। ਅਰਦਾਸ ਵਿੱਚ ਕੀ ਆਖਣਾ ਹੈ? ਜੁੜਨਾ ਅਸੀਂ ਕਾਹਦੇ ਵਾਸਤੇ ਹੈ? ਔਰ ਇਸ ਦੇ ਨਾ ਪਿੱਛੇ ਬਿਹਾਈਂਡ ਆਫ ਦਿਸ ਟਰਾਈ ਕਹਿ ਲਈਏ ਅਸੀਂ, ਅਟੈਂਪਟ ਕਹਿ ਲਈਏ ਅਸੀਂ, ਇਸ ਯਤਨ ਦੇ ਪਿਛੋਕੜ ਵਿੱਚ ਕਿਹੜੀ ਸੋਚ ਹੈ? ਇਹ ਹੈ ਕਿ ਜੇ ਅਸੀਂ ਅੱਜ ਜੁੜਦੇ ਹਾਂ, ਅੱਜ ਅਰਦਾਸ ਕਰਦੇ ਹਾਂ ਅਤੇ ਕਰਤਾਰ ਕਿਰਪਾ ਕਰੇਗਾ ਆਉਣ ਵਾਲੇ ਸਾਲ ਦੇ ਵਿੱਚ ਸਾਰੇ ਸਮੇਂ ਵਿੱਚ ਅਸੀਂ ਜੁੜੇ ਵੀ ਰਹਾਂਗੇ, ਅਸੀਂ ਕੀਤੀ ਹੋਈ ਅਰਦਾਸ 'ਤੇ ਪਹਿਰਾ ਵੀ ਦੇ ਸਕਾਂਗੇ। ਸਬ ਕੌਨਸ਼ੀਅਸ ਮਾਈਂਡ ਦੇ ਵਿੱਚ ਨਾ ਇਹ ਇੱਕ ਸੰਸਕਾਰ ਬਣ ਜਾਂਦਾ ਹੈ। ਮੈਂ ਕੀ ਬਚਨ ਕਰਨ ਜਾ ਰਿਹਾ ਸਾਂ? ਸਤਿਗੁਰੂ ਮਹਾਰਾਜ ਨੇ ਆਖਿਆ, ਫਰਮਾਨ ਕੀਤਾ, ਜੀਵਨ ਜਿਹੜਾ ਹੈ ਜੇ ਅਸੀਂ ਆਪਣਾ ਉੱਚਾ ਚੁੱਕਣਾ ਚਾਹੁੰਦੇ ਹਾਂ ਤਾਂ ਫਿਰ ਕੇਵਲ ਨਮਸਕਾਰ ਕਰਨੀ, ਮੱਥਾ ਟੇਕਣਾ, ਪਰਿਕਰਮਾ ਕਰਨੀ, ਸੁਣਨਾ ਹੀ ਸਫੀਸ਼ੈਂਟ ਨਹੀਂ ਹੈ, ਨਾਟ ਇਨਫ। ਲੋੜ ਇਸ ਤੋਂ ਫਰਦਰ ਅੱਗੇ ਹੁੰਦੀ ਹੈ। ਅੱਗੇ ਕੀ ਲੋੜ ਹੈ? ਅੱਗੇ ਹੈ ਕਿ ਜੋ ਕੁਝ ਅਸਾਂ ਨੇ ਹਜ਼ੂਰੀ ਵਿੱਚ ਬੈਠ ਕੇ ਸੁਣਿਆ, ਵਿਚਾਰਿਆ, ਅਸੀਂ ਉਸ ਦੇ ਧਾਰਨੀ ਬਣ ਕੇ ਚੱਲੀਏ। ਜੋ ਗੁਰੂ ਕਾ ਹੈ, ਹਾਂਜੀ, ਸੋਈ ਭਲ ਮਾਨੋ। ਔਰ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ, ਉਸ 'ਤੇ ਕਿਸੇ ਪ੍ਰਕਾਰ ਦਾ ਕੋਈ ਡਾਊਟ ਸਾਡੇ ਮਨ ਵਿੱਚ ਨਹੀਂ ਆਉਣਾ ਚਾਹੀਦਾ। ਪੂਰਨ ਰੂਪ ਵਿੱਚ ਯਕੀਨ ਕਰਨਾ ਚਾਹੀਦਾ ਹੈ ਕਿ ਗੁਰੂ ਸਾਹਿਬ ਸਾਡੇ ਹਿੱਤੂ ਨੇ ਅਤੇ ਸਾਡੇ ਭਲੇ ਵਿੱਚ ਕਹਿੰਦੇ ਨੇ। ਸੋਈ ਭਲ ਮਾਨੋ। ਸੰਭਵ ਹੈ ਕਿ ਕੋਈ ਮਿੱਤਰ ਸਾਨੂੰ ਕੋਈ ਰਾਏ ਦਿੰਦਾ ਹੋਵੇ, ਅਸੀਂ ਉਸ ਰਾਏ 'ਤੇ ਸ਼ੱਕ ਕਰਦੇ ਹੋਈਏ ਵੀ ਪਤਾ ਨਹੀਂ ਇਹਦਾ ਰਾਏ ਦੇਣ ਦੇ ਵਿੱਚ, ਐਸੀ ਐਡਵਾਈਸ ਕਰਨ ਦੇ ਵਿੱਚ ਇਹਦਾ ਆਪਣਾ ਨਿੱਜੀ ਹਿੱਤ ਕੀ ਹੋ ਸਕਦਾ ਹੈ, ਜਾਂ ਕਿਸੇ ਤਰ੍ਹਾਂ ਉਸ ਦੀ ਅਗਿਆਨਤਾ ਵਾਲੀ ਗੱਲ ਹੋ ਸਕਦੀ, ਸਾਨੂੰ ਸ਼ੱਕ ਹੋ ਸਕਦਾ ਹੈ। ਲੇਕਿਨ ਨਾ, ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ ਅਤੇ ਸਾਨੂੰ ਗੁਰੂ ਕਿਆਂ ਨੂੰ ਇਹ ਧਿਆਨ ਰੱਖਣ ਦੀ ਲੋੜ ਹੈ। ਨੰਬਰ 1, ਗੁਰ ਰੱਖਣ ਵਾਲਾ ਹੇਤ।
सतगुरु महाराज साडे हितू ने, जिहड़े साडे रखवाले ने, साडी रखिया करदे ने। और सतगुरां नालों जिन्हां दे असीं सिख हां, उन्हां तो वड्डा कोई होर ज्ञानी नहीं है। साडी मत बहुत सीमित है। असल विच असीं अधम नीच मत वाले हाँ। ਐਵੇਂ ਅਸੀਂ ਮਾਣ ਜਿਹਾ ਕਰ ਲਈਏ। ਗੁਰਦੇਵ ਜੀ ਨੇ ਇੱਕ ਦਫਾ ਇਸ ਪ੍ਰਕਾਰ ਦਾ ਬਚਨ ਵੀ ਆਖਿਆ, ਲੋਭ ਮੋਹ ਮਗਨ ਅਪਰਾਧੀ ਵਾਹਿਗੁਰੂ। ਲੋਭ ਮੋਹ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਧੀ ਪਥ ਪਾਵਨ ਪ੍ਰਭ ਨਾਮ ਤੁਮਾਰੋ ਤੁਮਾਰੇ ਰਾਖ ਲਿਓ ਮਹਿ ਨਿਰਗੁਣੀ ਯਾਰੇ ਤੂੰ ਦਾਤਾ ਪ੍ਰਭ ਅੰਤਰ ਜਾਮੀ। ਤੇ ਅਸੀਂ ਕਾਚੀ ਦੇਹ ਮਾਨੁਖ ਅਭਿਮਾਨੀ। ਸਾਡਾ ਹਾਲ ਕੀ ਹੈ? ਸਵਾਦ ਬਾਦ ਈਰਖ ਮਦ ਮਾਇਆ ਵਾਹਿਗੁਰੂ ਇਨ ਸੰਗ ਲਾਗ ਰਤਨ ਜਨਮ ਗਵਾਇਆ। ਸਵਾਦਾਂ ਵਿੱਚ, ਵਿਵਾਦਾਂ ਵਿੱਚ, ਈਰਖਾ ਦੇ ਵਿੱਚ ਲੱਗ ਕੇ ਰਤਨ ਜਨਮ ਗਵਾਇਆ। ਇੱਥੇ ਅਸੀਂ ਖੜੋਤੇ ਹਾਂ। ਫਿਰ ਅਸੀਂ ਸਮਝਦੇ ਹਾਂ ਕਿ ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਭਾਵੇਂ ਕਹਿੰਦੇ ਨੇ ਇਹ ਠੀਕ ਹੈ, ਅਸੀਂ ਮੱਥਾ ਟੇਕਦੇ ਹਾਂ, ਠੀਕ ਹੈ, ਪਰ ਅਸੀਂ ਕਿਉਂ ਆਖਦੇ ਹਾਂ? ਕਿਉਂਕਿ ਅਸੀਂ ਇਉਂ ਸਮਝਦੇ ਹਾਂ ਜਿਵੇਂ ਅਸੀਂ ਚੱਲ ਰਹੇ ਹਾਂ, ਜਿਵੇਂ ਅਸੀਂ ਕਰ ਰਹੇ ਹਾਂ, ਜਿਵੇਂ ਅਸੀਂ ਸੋਚ ਰਹੇ ਹਾਂ, ਇਹ ਗੁਰੂ ਸਾਹਿਬ ਜੀ ਦੀ ਚਾਲ ਦੇ ਨਾਲੋਂ, ਸੋਚ ਦੇ ਨਾਲੋਂ ਇਹ ਬਿਹਤਰ ਹੈ, ਇਹ ਚੰਗਾ ਹੈ। ਤਾਂ ਸਤਿਗੁਰੂ ਮਹਾਰਾਜ ਨਾ ਸਾਨੂੰ ਸੁਚੇਤ ਕਰਦੇ ਨੇ, ਭਾਈਓ ਆਪਣੀ ਮੱਤ ਨੂੰ ਛੱਡ ਕੇ ਗੁਰੂ ਸਾਹਿਬ ਜੀ ਦੇ ਆਖੇ ਲੱਗ ਕੇ ਚੱਲਿਆ ਜਾਵੇ, ਤਾਂ ਸਾਡਾ ਜਿਹੜਾ ਜੀਵਨ ਹੈ ਨਾ, ਅੱਜ ਵੀ ਭਲਾ, ਭਲਕ ਵੀ ਭਲਾ, ਔਰ ਆਉਣ ਵਾਲਾ ਸਾਰਾ ਜੀਵਨ, ਫਿਊਚਰ ਸਾਡਾ ਜਿਹੜਾ ਨਾ ਭਲਾ ਹੋ ਸਕਦਾ ਹੈ। ਮੈਂ ਇੱਕ ਖਿਆਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਦੇਖੋ, ਕਿਤਨੇ ਦਿਨ ਹੋ ਗਏ ਨੇ, ਪਿਛਲੇ ਐਤਵਾਰ ਮੈਂ ਪਹਿਲੀ ਹਾਜ਼ਰੀ ਭਰੀ ਤੁਹਾਡੀ ਖਿਦਮਤ ਵਿੱਚ ਇਸ ਵਾਰ, ਅਤੇ ਲਗਾਤਾਰ ਸਵੇਰੇ ਸ਼ਾਮ ਆਪਾਂ ਵਿਚਾਰਾਂ ਕਰਦੇ ਚਲੇ ਜਾ ਰਹੇ ਹਾਂ। ਕਿਤਨੀ ਵਾਰ ਅਸੀਂ ਸਾਹਿਬਜ਼ਾਦਿਆਂ ਨੂੰ ਬਾਬੇ ਕਹਿ ਕੇ ਯਾਦ ਕੀਤਾ, ਭਾਵੇਂ ਵੱਡੇ ਸਾਹਿਬਜ਼ਾਦੇ ਨੇ, ਭਾਵੇਂ ਛੋਟੇ ਸਾਹਿਬਜ਼ਾਦੇ ਨੇ, ਅਸੀਂ ਬਾਬੇ ਕਹਿ ਕੇ ਯਾਦ ਕੀਤਾ। ਔਰ ਅਸੀਂ ਇਹ ਗੱਲ ਵੀ ਨਾ ਰਿਪੀਟ ਕੀਤੀ ਕਿ ਜੈਸੀ ਕਰਨੀ ਇਹਨਾਂ ਬਾਬਿਆਂ ਨੇ ਕੀਤੀ ਹੈ, ਵੈਸੀ ਕਰਨੀ ਕਿਸੇ ਨੇ ਵੀ ਨਹੀਂ ਕੀਤੀ। ਅਸੀਂ ਕਹਾਂਗੇ ਕਿਸੇ ਵੀ ਸਿੱਖ ਨੇ ਨਹੀਂ ਕੀਤੀ, ਕਿਸੇ ਵੀ ਹੋਰ ਵਿਅਕਤੀ ਨੇ ਨਹੀਂ ਕੀਤੀ। ਇਹ ਤਾਂ ਗੱਲ ਕੋਈ ਥੋੜ੍ਹੀ ਜਿਹੀ ਨਾ ਡਿਸਟੈਂਸ 'ਤੇ ਹੋ ਜਾਂਦੀ ਹੈ। ਮੈਂ ਸਵੇਰੇ ਵੀ ਇੱਕ ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਸਾਂਝਾ ਕੀਤਾ ਸੀ। ਦੇਖਣਾ, ਧਿਆਨ ਰੱਖਣਾ ਕਿ ਅਸੀਂ ਕੇਵਲ ਸਾਹਿਬਜ਼ਾਦੇ ਅਤੇ ਬਾਬੇ ਗੁਰੂ ਕਲਗੀਧਰ ਸਾਹਿਬ ਜੀ ਦੇ ਪੁੱਤਰਾਂ ਨੂੰ ਹੀ ਨਹੀਂ ਕਹਿੰਦੇ, ਅਸੀਂ ਸਾਰੇ ਗੁਰੂ ਸਾਹਿਬਾਨ ਦੇ ਸਾਰੇ ਪੁੱਤਰਾਂ ਨੂੰ ਅਸੀਂ ਸਾਹਿਬਜ਼ਾਦੇ ਅਤੇ ਬਾਬੇ ਕਹਿਣ ਦੀ ਸਾਡੇ ਵਿੱਚ ਪਰੰਪਰਾ ਹੈ। ਤੁਸੀਂ ਧਿਆਨ ਕਰਿਓ ਜੀ, ਅਸੀਂ ਕੇਵਲ ਸਾਹਿਬਜ਼ਾਦਾ ਅਤੇ ਬਾਬਾ ਦਸਮ ਪਾਤਸ਼ਾਹ ਜੀ ਦੇ ਇਹਨਾਂ ਸਪੁੱਤਰਾਂ ਦੇ ਪ੍ਰਤੀ ਹੀ ਨਹੀਂ ਕਹਿੰਦੇ, ਵਰਤਦੇ ਅਸੀਂ ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਕੇਵਲ ਇਹਨਾਂ ਨੂੰ ਬਾਬਾ ਨਹੀਂ ਅਸੀਂ ਆਖਦੇ, ਜਾਂ ਇਹਨਾਂ ਨੂੰ ਅਸੀਂ ਸਾਹਿਬਜ਼ਾਦਾ ਨਹੀਂ ਆਖਦੇ। ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਹੋਰਾਂ ਨੂੰ ਵੀ ਬਾਬਾ ਆਖਦੇ ਹਾਂ, ਲਖਮੀ ਚੰਦ ਹੋਰਾਂ ਨੂੰ ਵੀ ਬਾਬਾ ਆਖਦੇ ਹਾਂ। ਗੁਰੂ ਅੰਗਦ ਸਾਹਿਬ ਜੀ ਦੇ ਸਪੁੱਤਰ ਦਾਤੂ ਹੋਰਾਂ ਨੂੰ, ਦਾਸੂ ਹੋਰਾਂ ਨੂੰ ਵੀ ਅਸੀਂ ਬਾਬਾ ਆਖਦੇ ਹਾਂ, ਦਾਤਾ ਅਤੇ ਦਾਸ। ਅਰੇ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਪੁੱਤਰ ਮੋਹਨ ਅਤੇ ਮੋਹਰੀ ਹੋਰਾਂ ਨੂੰ ਵੀ ਬਾਬਾ ਆਖਦੇ ਹਾਂ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 3 ਸਪੁੱਤਰ ਸਨ। ਇੱਕ ਤਾਂ ਗੁਰਤਾ ਧਾਰਨ ਜਿਨ੍ਹਾਂ ਨੇ ਕੀਤੀ, 5ਵੇਂ ਪਾਤਸ਼ਾਹ ਹੋਏ, ਉਹਨਾਂ ਪ੍ਰਤੀ ਤਾਂ ਚਲੋ ਅਸੀਂ ਮਾਣ ਸਨਮਾਨ ਕਰਦੇ ਹੀ ਕਰਦੇ ਹਾਂ ਨਾ, ਲੇਕਿਨ ਜਿਹੜੇ ਦੂਜੇ 2 ਭਰਾ ਨੇ ਪ੍ਰਿਥੀ ਚੰਦ ਅਤੇ ਮਹਾਂਦੇਵ, ਅਸੀਂ ਉਹਨਾਂ ਪ੍ਰਤੀ ਵੀ ਬਾਬਾ ਆਖਦੇ ਹਾਂ ਅਤੇ ਸਾਹਿਬਜ਼ਾਦਾ ਆਖਦੇ ਹਾਂ, ਗੁਰੂ ਕੇ ਸਾਹਿਬਜ਼ਾਦੇ ਨੇ। ਗੱਲ ਇੱਥੇ ਨਹੀਂ ਮੁੱਕਦੀ। 6ਵੇਂ ਪਾਤਸ਼ਾਹ ਮਹਾਰਾਜ ਦੇ 5 ਸਪੁੱਤਰ ਨੇ, 5 ਵਿੱਚੋਂ ਇੱਕ ਨੂੰ ਅੱਗੇ ਜਾ ਕੇ ਗੁਰਿਆਈ ਪ੍ਰਾਪਤ ਹੁੰਦੀ ਹੈ, ਤੇਗ ਬਹਾਦਰ ਸਾਹਿਬ ਗੁਰੂ ਬਣਦੇ ਨੇ। ਲੇਕਿਨ ਅਸੀਂ ਗੁਰਦਿੱਤਾ ਜੀ ਨੂੰ ਵੀ ਬਾਬਾ ਆਖਦੇ ਹਾਂ, ਟਲ ਰਾਏ ਨੂੰ ਵੀ ਬਾਬਾ ਆਖਦੇ ਹਾਂ, ਅਣੀ ਰਾਏ ਨੂੰ ਵੀ ਬਾਬਾ ਆਖਦੇ ਹਾਂ, ਸੂਰਜਮਲ ਨੂੰ ਵੀ ਅਸੀਂ ਬਾਬਾ ਆਖਦੇ ਹਾਂ। ਫਿਰ ਇੱਥੇ ਨਹੀਂ ਗੱਲ ਰੁਕਦੀ। ਗੁਰਦਿੱਤਾ ਜੀ ਦੇ 2 ਸਪੁੱਤਰ ਨੇ, ਅਤੇ 2 ਸਪੁੱਤਰਾਂ ਵਿੱਚੋਂ ਇੱਕ ਛੋਟੇ ਜਿਹੜੇ ਹਰ ਰਾਏ ਸਾਹਿਬ ਨੇ, ਉਹਨਾਂ ਨੂੰ ਗੁਰਤਾ ਪ੍ਰਾਪਤ ਹੁੰਦੀ, ਸੇਵਾ ਪ੍ਰਾਪਤ ਹੁੰਦੀ ਹੈ। ਲੇਕਿਨ ਹਰ ਰਾਏ ਸਾਹਿਬ ਤੋਂ ਜਿਹੜੇ ਵੱਡੇ ਨੇ ਧੀਰਮਲ, ਅਸੀਂ ਉਹਨਾਂ ਨੂੰ ਵੀ ਬਾਬਾ ਧੀਰਮਲ ਆਖਦੇ ਹਾਂ। ਹਾਲਾਂਕਿ ਉਹ ਬਾਬਾ ਗੁਰਦਿੱਤਾ ਜੀ ਹੋਰਾਂ ਦੇ ਸਪੁੱਤਰ ਨੇ,
लेकिन बाबा शब्द असीं फिर भी वरतते हैं क्योंकि ये धन गुरु हरगोबिंद साहब सच्चे पातशाह के पोतरे ने। इसे तरह गुरु हरराय साहब जी के दो सपुत्र ने, छोटिਆਂ ਨੂੰ ਗੁਰਿਆਈ ਪ੍ਰਾਪਤ ਹੁੰਦੀ ਹੈ, प्यारे हरकृष्ण जी ने गुरु हरकृष्ण साहब होंदे ने, लेकिन उन्होंने तो जोड़े वड्डे ने राम राय, असी उन्होंने गुरु के साहबजादे होने करके साहबजादे बाबा राम राय आखते हैं। असी इस तरह होर तुसी हैरान होवोगे जिस वेले ना इस पक्ष ते असी सारे अपनी नज़र दौड़ाते हाँ, तां बाबा ਪ੍ਰਿਥੀ ਚੰਦ होरां दा सपुत्र होया एक, जिसका नाम सी मेहरबान, प्रचलित नाम सी उनका मनोहर दास मेहरबान, जेड़े गुरु कहाउण लग पे। अगां उसदे पुत्र गुरु कहाए, अगां उसदे पुत्र गुरु कहाए, अगां उसदे अगे उसदे अगे उसदे। मेहरबान तो लैके 6 पीढ़ियां जड़ियां ने उन्हां दियां गुरु कहाइयां, 13वें गुरु तक चले। तुहाडे ध्यान विच शायद होवे, बठिंडे के इलाके दे विच एक नगर है जिसका नाम है गुरु का कोठा। सुनिया तुसां ने? बड़ा प्रसिद्ध नगर है, बड़ा वड्डा नगर है। उत्थे महाराज सच्चे पातशाह 10 पातशाहियां विचों शायद मेरा ख्याल कोई भी नहीं गया। गुरु का कोठा क्यों आख्या गया? क्योंकि ਪ੍ਰਿਥੀ ਚੰਦੀਆਂ ਨੂੰ ਉਹਨਾਂ ਦੀ औलाद ਨੂੰ ਉਹ ਜ਼ਮੀਨ ਪ੍ਰਾਪਤ ਹੋਈ, ਉਹਨਾਂ ਨੇ ਉੱਥੇ ਜਾ ਕੇ ਕੋਠਾ ਪਾਇਆ, ਨਗਰ ਬੱਧਾ। लेकिन सारे गुरु का कोठा कह रहे हैं। जिला फिरोजपुर दे विच जलालाबाद के कोल एक नगर है, उसका नाम है गुरु हर सहाय। गुरु हर सहाय 10 पातशाहियां दे विचों किसी सपुत्र का, किसी दे सपुत्र का नाम नहीं सी। ये हर सहाय भी जिहड़े सन, ये ਪ੍ਰਿਥੀ ਚੰਦ होरां दे औलाद दे विचों अगे चल के सन, अपने नाम नाल गुरु शब्द की वरतों करिया करते सन। गुरु हर सहाय, मैं कहता असी उन्होंने गुरु के सिख नहीं मानते, मेन स्ट्रीम वाले उन्होंने गुरु के नहीं मानते, लेकिन फिर भी बाबा तो सारिਆਂ ਨੂੰ कहते हैं। जे असी साहबजादा साहिबान ਨੂੰ, चारे साहिबजादे ਨੂੰ असी बाबा आखते हाँ, तो नवीं गल नहीं कोई। क्षमा करो जी, मैं हाथ जोड़ के आखदा ताकि आप ना गल की बरीकी ਨੂੰ समझ लईए। फिर की विशेष बात है कि जिस वेले गुरु पंथ ने साड़ी अरदास उलीकी है, तो अरदास उलीकदियां होयां पहला श्री गुरु ग्रंथ साहिब महाराज के प्रति अभिनंदन प्रगट किया 10 पातशाहियां तो बाद। उस तो बाद जो पंथ की गल शुरू हुई है अभिनंदन करन दी, तो पहला 5 प्यारियां ते दूजा जिक्र की है 4 साहिबजादियां। 4 साहिबजादे नहीं, इत्थे ध्यान रखना, 5 प्यारे नहीं, 5 प्यारियां 4 साहिबजादियां। मैं एक दफ़ा अगे भी बेनती की सी, आपां जदों किते मर्यादा की विचार की है, तो मैं हाथ जोड़ के आखदा हाँ, अज भी आखदा हाँ कि जे असी गंभीरता दे नाल इस दी फिलोसफी नूं नहीं समझ सकते या नहीं समझे, तो एज इट इज़ जिवें लिखिया होया ना, असी उवें ही अरदास करया करिए, ये बेहतर होएगा। क्योंकि हर लग मात्र दे विच ना भेत रखिया होया है। जदों 4 साहिबजादे आख्या जाएगा, तो गुरु के भावें कह रहा जाए गुरु साहब जी के 4 साहिबजादे, तो आप गिन लेना किन्ने सारे ने। सारे गुरु के साहिबजादे ही ने ना, भावें गुरु नानक साहब जी दे, भावें दूजे गुरु साहिबान दे ने, तो भावें अगे चल के ਪ੍ਰਿਥੀ ਚੰਦ होरां दे सारे ने, है तो गुरु के साहिबजादे ही सारे ना। लेकिन विशेष तौर पर आख्या गया 4 साहिबजादियां। 4 तो अगे गिनती नहीं कोई, जिस गिनती के नाल कोई संबंध हो गया। 4 साहिबजादे, ये क्यों विखेपता रखी गई, क्यों विशेषता रखी गई? क्षमा करियो जी, बाबा होर भी हो सकता है, लेकिन जोरावर सिंह ते फतेह सिंह होरां वर्गा बाबा कोई भी नहीं है ऐसी। बाबा अजीत सिंह वर्गा, बाबा जुझार सिंह होरां वर्गा बाबा कोई भी नहीं है ऐसी। वाहिगुरू जिन्हां दी कमाई का ध्यान करके गुरु का सिख वाहिगुरू आखे, बड़ियां करामातां वाले होए, अजमतां वाले होए, ऐसा नहीं कि नहीं है। उन्हां लोगों विच भी
ਅਜ਼ਮਤਾਂ ਕਰਾਮਾਤਾਂ ਹੈਗੀਆਂ ਸੀ, ਕੌਤਕ ਕਰ ਸਕਦੇ ਸਨ, ਸਭ ਕੁਝ ਹੈ ਸੀ। ਹਾਲ ਕੇ ਅਸੀਂ ਇਹਨਾਂ ਚੌਹਾਂ ਸਾਹਿਬਜ਼ਾਦਿਆਂ ਦੀ ਕੋਈ ਇਸ ਪ੍ਰਕਾਰ ਦੀ ਕੋਈ ਅਜ਼ਮਤ ਜਿਹਨੂੰ ਮਿਰਾਕਲ ਆਖਿਆ ਜਾਂਦਾ ਹੈ, ਕੋਈ ਕਰਾਮਾਤ ਵਿਖਾਈ ਹੋਵੇ, ਐਸਾ ਨਹੀਂ ਕੁਛ। ਲੇਕਿਨ ਇਹਨਾਂ ਦੀ ਕਰਾਮਾਤ ਹੈ ਕਿ ਜਿਸ ਵੇਲੇ ਮੈਦਾਨੇ ਜੰਗ ਦੇ ਵਿੱਚ ਜੂਝਣ ਦਾ ਸਮਾਂ ਆਉਂਦਾ ਹੈ, ਬੇਅੰਤ ਫੌਜ ਜਿਹੜੀ ਹੈ ਆਲੇ ਦੁਆਲੇ ਜਿਸ ਨੇ ਗੜੀ ਨੂੰ ਘੇਰਾ ਪਾਇਆ ਹੋਇਆ ਹੁੰਦਾ ਹੈ, ਅਤੇ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਸਿੰਘਾਂ ਨੂੰ ਤਿਆਰ ਕਰਕੇ ਭੇਜਦੇ ਨੇ, ਅਤੇ ਫਿਰ ਬਾਬਾ ਅਜੀਤ ਸਿੰਘ ਨੂੰ ਵੀ ਤਿਆਰ ਕਰਕੇ ਭੇਜਦੇ ਨੇ, ਬਾਬਾ ਜੁਝਾਰ ਸਿੰਘ ਹੋਰਾਂ ਨੂੰ ਵੀ ਤਿਆਰ ਕਰਕੇ ਭੇਜਦੇ ਨੇ, ਔਰ ਆਖਦੇ ਨੇ, ਲੋ ਜਾਓ ਸਿਧਾਰੋ, तुम्हें अल्लाह को सौंपा, रब को ना बिसारो, तुम्हें अल्लाह को सौंपा, पर सिखी को उबारो, तुम्हें अल्लाह को सौंपा, हमें ख्वाहिश है तुम्हें तेग चलाते हुए देखें, हम आंख से तुझे बर्छी खाते हुए देखें। सतगुरु महाराज देख रहे हैं ना आने वाला समा की हो सकता है, जिधर असीं भेज रहे हाँ उत्थे जाण दा मतलब की है। ਹਜ਼ੂਰ ਨੇ, ਗੁਰੂਦੇਵ ਜੀ ਨੇ ਬੇਅੰਤ ਫੌਜਾਂ ਦਾ ਜ਼ਿਕਰ ਕਰਦਿਆਂ ਹੋਇਆਂ ਇਉਂ ਵੀ ਆਖਿਆ ਹੈ, ਜ਼ਫਰਨਾਮਾ ਵਿੱਚ ਬਕਾਇਦਾ ਲਫ਼ਜ਼ ਅੰਕਿਤ ਨੇ, ਗੁਰਸਾਨਾ ਚੇਕਾਰੇ ਕੁਨਦ ਚਹਿਲ ਨਰ ਕਿ 10 ਲੱਖ ਬਾਰ ਆਇਤ ਬਰੂ ਬੇਖਬਰ, 10 ਲੱਖ ਫੌਜਾਂ। ਔਰ ਗੱਲ ਜਿਹੜੀ ਹੈ ਇਸ ਪ੍ਰਚਲਿਤ ਬੋਲ ਦੇ ਨਾਲ ਜੁੜ ਗਈ ਕਿ ਤੁਸੀਂ ਗਿਣਤੀ ਕਰ ਲਓ, ਇਹ ਸਿੰਘ ਜਿਹੜੇ ਨੇ 8-8 ਜਿਹੜੇ ਸਿੰਘ ਜਾ ਰਹੇ ਨੇ 10 ਲੱਖ ਨਾਲ ਮੁਕਾਬਲਾ ਕਰ ਰਹੇ ਨੇ, ਅਤੇ ਤੁਸੀਂ ਗਿਣਤੀ ਕਰਕੇ ਵੇਖਿਓ ਜੇ ਇੱਕ ਸਿੰਘ 1.25 ਲੱਖ ਨਾਲ ਮੁਕਾਬਲਾ ਨਹੀਂ ਕਰ ਰਿਹਾ। ਪਰ ਬਾਬਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ, ਬਾਬਾ ਜੁਝਾਰ ਸਿੰਘ ਫਿਰ ਜਾਣ ਲਈ ਤਿਆਰ ਹੁੰਦੇ ਨੇ, ਪਿੱਛੇ ਹਟੇ। ਮੇਰਾ ਦਿਲ ਕਰਦਾ ਮੈਂ ਫਿਰ ਇੱਕ ਵਾਰ ਤੁਹਾਡਾ ਧਿਆਨ ਇਸ ਖਾਸ ਨੁਕਤੇ ਵੱਲ ਦਿਵਾਵਾਂ ਕਿ ਬਾਬਾ ਅਜੀਤ ਸਿੰਘ ਹੋਰਾਂ ਦੇ ਚਲੇ ਜਾਣ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਹੋਣੀ ਖੁਦ ਹੱਥ ਜੋੜ ਕੇ ਆਖਦੇ ਨੇ, ਪਿਤਾ ਜੀ ਮੈਂ ਜਾਣਾ ਚਾਹੁੰਦਾ ਹਾਂ ਲੜਨ ਵਾਸਤੇ। ਅਤੇ ਸਤਿਗੁਰੂ ਮਹਾਰਾਜ ਫਿਰ ਆਖਦੇ ਨੇ, ਜੁਝਾਰ ਸਿੰਘ ਕੀ ਆਖਿਆ? ਕਹਿੰਦਾ ਜੀ ਮੈਂ ਲੜਨ ਵਾਸਤੇ ਜਾਣਾ ਚਾਹੁੰਦਾ, ਪਿਤਾ ਜੀ ਮੈਨੂੰ ਆਗਿਆ ਦਿਓ, ਮੈਂ ਬਿਲਕੁਲ ਆਪਣੇ ਭਾਈ ਦੇ ਵਾਂਗੂ ਮੈਂ ਵੀ ਲੜਨਾ ਚਾਹੁੰਦਾ। ਅਤੇ ਹਜ਼ੂਰ ਗੁਰੂ ਕਲਗੀਧਰ ਸਾਹਿਬ ਆਖਦੇ ਨੇ, ਜੁਝਾਰ ਸਿਆਂ ਤੂੰ ਤਾਂ ਪਹਿਲਾਂ ਕਦੀ ਲੜਾਈ ਲੜੀ ਨਹੀਂ ਸੀ, ਅਜੀਤ ਸਿੰਘ ਤਾਂ ਲੜਾਈਆਂ ਲੜਦਾ ਰਿਹਾ, ਹਿੱਸਾ ਲੈਂਦਾ ਰਿਹਾ ਪਹਿਲਾਂ, ਤੂੰ ਲੜ ਲਏਗਾ, ਤੈਨੂੰ ਲੜਨਾ ਆਉਂਦਾ ਹੈ। ਤਾਂ ਪ੍ਰਚਲਿਤ ਬੋਲ ਨੇ ਹੱਥ ਜੋੜ ਕੇ ਕਹਿਣ ਲੱਗਾ, ਪਿਤਾ ਜੀ ਤੁਸੀਂ ਠੀਕ ਆਖਦੇ ਹੋ, ਮੁਝੇ ਲੜਨਾ ਨਹੀਂ ਆਤਾ, ਲੇਕਿਨ बढ़ के गला तेग पे धरना तो है आता। अगे वध के तलवार ते अपना शीश तो मैं रख सकदा ना, अपना गला तो रख सकदा ना, मैं गला कटाउण लई तैयार हाँ। जिन्ने बाबियां दा पहला मैं नाम लिया है, ये भी गुरु के साहबजादे सन ना, इन्हां नूं तां ऐसी कोई नौबत का किसी का सामना ही नहीं करना पिया। पर ऐसा नहीं कि नौबत नहीं आई। करतारपुर साहब का युद्ध होया 6वें पातशाह जी के समय, एक साहबजादे का जिक्र है सिर्फ, जिहड़ा उस मैदाने जंग में पिता गुरु जी के नाल जूझिया, उन्हां दा नाम सी त्याग मल। सतगुरु महाराज उन्हां दे जूझण वाली स्पिरिट नूं वेख के, बहादरी नूं वेख के उत्थे फिर लकब दिता, सीने नाल ला के आखिया, त्याग मल्ला तू त्याग मल नहीं, तू गुरु का तेग बहादुर है। लेकिन सूरजमल अजे जिउंदे ने। गुरदित्ता, हाँ गुरदित्ता जी उस वेले 1 साल पहला जा चुके सन, लेकिन अणी राय अजे जिउंदे ने। उन्होंने कोई जिक्र नहीं है कि उन्होंने किसी ने लड़ाई में हिस्सा लिया। बाबा अटल भी जा चुके सन, तो बाबा गुरदित्ता भी जा चुके सन, चलाना कर चुके सन। कौन है होर जिहड़ा दलेरी नाल जूझिया होवे? और ए दूसरा पक्ष भी ध्यान कर लेना, नीहां विच चिनण दे वास्ते तैयार हो जाते हैं बाबा जोरावर सिंह, बाबा फतेह सिंह। की इन्हां बाकी बाबियां दे विचों कोई तैयार होया? ऐसा कोई कौतक उन्हां दे नाम दे नाल जुड़िया है कि होवे गुरु का ते नाल जूझे, फिर हालात दे प्रति सन्मुख होके चले। फिर
मैनूं खिमा करिओ जे। सतगुरु महाराज जिस वेले इन्हां दे जूझ जाण दी, शहीद हो जाण दी खबर सुनते ने, जकारे गजाउंदे ने। सत्कारयोग जी राए कल्ला जी जकारे गजाउंदे ने और मनदे ने कि वाकया ही सच्चे पातशाह पीर जी तुसीं सच आखदे हो कि अज औरंगजेब दी, उस दी हकूमत दी, वजीर खान होरां सारियां दी हार होई है और अज जोरावर सिंह ते फतेह सिंह होर जिते गए और तुसीं जेतू पुत्रां दे पिता हो। असीं बीती रात नहीं, एक रात पहला शाम के दीवान विच विचार की। दीवान टोडरमल ने किड्डी वड्डी घालना कर ली। क्यों घालना कर ली? दीवान टोडरमल ने इत्थे घालना कर ली। क्यों घालना कर ली? जे गिनती मिनती जी करिए तो सारी जिंदगी की जिन्नी संपत्ति सी, जितना धन सी, सारे का सारा सोने दियां मोहरां दे रूप दे विच विछा दिता। वाहिगुरू काहदे वास्ते? इन्हां शहीद शरीरां दा संस्कार किया जा सके। बाबा जोरावर सिंह देख नहीं रहे, साडा संस्कार कौन करता है? बाबा फतेह सिंह देख नहीं रहे, साडा संस्कार कौन करता है? सत्कारयोग माता जी देख नहीं रहे, दादी माँ गुजरी जी देख नहीं रहे, साडा संस्कार कौन करता है? ना कोई गुरु कियां दे विचों होर उस वेले देख रहा, साडा संस्कार कौन करता है? किसी तक खबर जाएगी कि नहीं जाएगी? चमकौर वाला साका सारिਆਂ ने सुन लिया भी वड्डे साहबजादे शहीद हो चुके ने। महाराज गुरु कलगीधर साहिब पातशाह किस अवस्था विच ने? मैं यह गल क्यों ध्यान च लिया रहा? हर बंदे दा हर यतन हुंदा है, इस दी रिटर्न मैनू की मिलेगी? कोई मेरे नां ते भी बोले सो नाल कहंदा है कि नहीं कहंदा? कोई मैनू भी जिंदाबाद कहंदा है कि नहीं कहंदा? मैं किड्डी वड्डी घालना घाल गया, घाल रहा मैं। एक गल है। दूसरी गल ये भी है संगत जीओ ध्यान करने वाली, जिहड़ी हकूमत इस वेले दा थले आए हुए टोडरमल दे कोलों वध तो वध पैसा कढ़ लेना चाहती है, कि वो हकूमत आने वाले दिनों के विच टोडरमल की खैर खां होकर चलेगी? किसने आख्या है? जे मोती महरे नूं सिर्फ दुध पिआउण करके उसनूं सहित परिवार कोलू दे विच पीड़ दिता जाता है, तो संस्कार करने वाले ये तो कोई लुक छिप के नहीं किया ना। बकायदा वजीर खान दे मर्जी दे नाल उहदे पासों जमीन लैके ते सोने दियां मोहरां विछा के ते सारा कुछ किया। कोई ओले वाली गल तो नहीं ना है भाई ये गुरु के खैर खान है। फिर भी होया वाहिगुरू, फिर भी होया। क्यों होया? ये बाबे ते ओ बाबे जिन्हां बाकियां दा मैं जिक्र किया है, इन्हां दा बहुत फर्क है। असी मजबूर हाँ कि असी उन्होंने भी बाबे आखते हैं, ईवन जिहड़े गुरु घर दे नाल शरीका करते रहे ने, असी उन्होंने भी बाबे आखते हैं। लेकिन उन्हों का कोई जिक्र नहीं साड़ी अरदास दे विच, उन्हों का कोई स्थान नहीं साड़ी शरधा दे विच। क्षमा करना मैनू, तो मैं इं आखां भी असी सिर्फ खाना पूरी करते हैं बाबा कह के, क्योंकि असी सिख हाँ। उन्हों का कोई विशेष थान नहीं है साढ़े सत्कार दे विच, लेकिन इनका कितना वड्डा स्थान है। देखना एक गल मैं इत्थे कह के फिर आप अगे चलीए। ऐ जो कुछ साका वापरिया सरहंद फतेहगढ़ साहब सरहंद साका वापरिया, इस तो ठीक तकरीबन 4.5 साल बाद 1710 के मई महीने 14 मई को खालसे ने बाबा बंदा सिंह होरां दी कमान थले आके सरहंद ते कब्जा किया। सिखां ने पहली बार जुड़ के ना इस स्थान ते नमस्कार की और खून नाल ये लिबड़ियां हुई जड़ियां सन वाहिगुरू इट्टां वो मत्थे नाल लगाइया, नमस्कार की। और बाबा बंदा सिंह होरां ने
ਆਪ ਕਹਿ ਕੇ ਬਕਾਇਦਾ, ਕਿਉਂਕਿ ਅਜੇ ਨਾ ਰਾਜ ਸਾਡਾ ਟਿਕ ਟਿਕਾ ਨਹੀਂ ਹੋਇਆ, ਆਉਣ ਵਾਲੇ ਦਿਨ ਪਤਾ ਨਹੀਂ ਕੈਸੇ ਦਿਨ ਨੇ, ਲੇਕਿਨ ਇਹ ਇੱਟਾਂ ਬੜੀਆਂ ਕੀਮਤੀ ਨੇ, ਇਹ ਸਥਾਨ ਬੜੀ ਕੀਮਤੀ ਹੈ। ਇੱਟਾਂ ਜੋੜ ਕੇ ਉਹਦੇ ਉੱਪਰ ਕਹਿ ਕੇ ਨਾ ਮਿੱਟੀ ਵਗੈਰਾ ਪਵਾ ਕੇ, ਰੇਤ ਵਗੈਰਾ ਪਵਾ ਕੇ ਤੇ ਥੜਾ ਬਣਾ ਦਿੱਤਾ, ਲੇਕਿਨ ਬਿਲਕੁਲ ਇਵੇਂ ਹੋਇਆ। ਸਰਹੰਦ 'ਤੇ ਕਬਜ਼ਾ ਬਹੁਤ ਲੰਬਾ ਸਮਾਂ ਨਹੀਂ ਰਹਿ ਸਕਿਆ, ਮੈਕਸੀਮਮ 6 ਮੰਥਸ, ਔਰ ਕੋਈ ਸਥਾਨ ਨਹੀਂ ਅਜੇ ਬਣਿਆ ਸੀ। ਜਦੋਂ ਬਹਾਦਰ ਸ਼ਾਹ ਆ ਗਿਆ ਤੇ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਤੇ ਸਾਰੇ ਜਿਹੜੇ ਕਬਜ਼ੇ ਸੀ ਨਾ, ਸਢੌੜੇ ਦਾ ਵੀ ਛਡਾ ਲਿਆ, ਸਮਾਣੇ ਦਾ ਵੀ ਛਡਾ ਲਿਆ, ਸਰਹੰਦ ਵੀ ਛਡਾ ਲਿਆ, ਸਾਰਾ ਕੁਝ ਹੋ ਗਿਆ। ਇਹਨਾਂ ਨੇ ਫਿਰ ਕਬਜ਼ਾ ਕੀਤਾ, ਬਹਾਦਰ ਸ਼ਾਹ ਕਿਆ ਨੇ ਫੌਜਾਂ ਨੇ ਫਿਰ ਆ ਕੇ ਇਹ ਕਬਜ਼ਾ ਤੋੜ ਦਿੱਤਾ, ਲਗਾਤਾਰ ਨਹੀਂ ਚੱਲ ਸਕਿਆ। 1715 ਵਿੱਚ ਬਹਾਦਰ ਸ਼ਾਹ ਜਿਸ ਵੇਲੇ ਲਾਹੌਰ ਬੈਠਾ ਹੋਇਆ ਸੀ, ਨਾ ਫਰਕਸ਼ੀਅਰ, ਲਾਹੌਰ ਬੈਠਾ ਹੋਇਆ ਸੀ, ਤਾਂ ਉਸ ਨੇ ਵਾਹਿਗੁਰੂ ਜਿਸ ਵੇਲੇ ਦਿੱਲੀ ਬੈਠਾ ਸੀ ਫਰਕਸ਼ੀਅਰ, ਆਪਣੇ ਬੰਦਿਆਂ ਨੂੰ ਆਰਡਰ ਕਰਕੇ ਅਬਦੁਲ ਸਮਦ ਖਾਨ ਜੋ ਲਾਹੌਰ ਦਾ ਗਵਰਨਰ ਸੀ, ਉਸ ਨੂੰ ਭੇਜ ਕੇ ਗੁਰਦਾਸ ਨੰਗਲ ਗੜ੍ਹੀ 'ਤੇ ਕਬਜ਼ਾ ਕਰਕੇ ਬਾਬਾ ਬੰਦਾ ਸਿੰਘ ਹੋਰਾਂ ਨੂੰ ਸਾਥੀਆਂ ਸਹਿਤ ਫੜ ਲਿਆ, ਔਰ ਜਾ ਕੇ ਮਾਰਚ ਮਹੀਨੇ ਦੇ ਵਿੱਚ ਅਗਲੇ ਸਾਲ 1716 ਦੇ ਜੂਨ ਮਹੀਨੇ ਦੇ ਵਿੱਚ 10 ਜੂਨ ਨਵੇਂ ਕੈਲੰਡਰ ਅਨੁਸਾਰ 23 ਜੂਨ ਸਮਾਂ ਬਣ ਜਾਂਦਾ, 24 ਜੂਨ ਸਮਾਂ ਬਣ ਜਾਂਦਾ ਹੈ। ਬਾਬਾ ਬੰਦਾ ਸਿੰਘ ਵੀ ਸ਼ਹੀਦ ਹੋ ਗਏ, ਦੂਜੇ ਵੀ ਸ਼ਹੀਦ ਹੋ ਗਏ, ਬਾਕੀ ਸਾਰੇ ਚਲੇ ਗਏ, ਸ਼ਹੀਦ ਹੋ ਗਏ। ਮੈਂ ਕੀ ਕਹਿਣ ਲੱਗਾ ਸਾਂ, 1716 ਤੋਂ ਬਾਅਦ ਲੰਬਾ ਸਮਾਂ ਸਿੱਖ ਫਿਰ ਸਰਹੰਦ ਵਿੱਚ ਦਾਖਲ ਨਹੀਂ ਹੋ ਸਕੇ। 1746 ਵਿੱਚ ਕਿਤਨੇ ਸਾਲ ਹੋ ਗਏ, ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ 30 ਵਰ੍ਹੇ ਬਾਅਦ ਜਾ ਕੇ, ਆਫਟਰ 30 ਈਅਰਸ ਜਾ ਕੇ ਫਿਰ ਸਿੰਘਾਂ ਨੇ ਜ਼ੈਨ ਖਾਂ ਜਿਹੜਾ ਇੱਥੋਂ ਦਾ ਗਵਰਨਰ ਸੀ ਉਸ ਨੂੰ ਮਾਰਿਆ, ਫਿਰ ਸਰਹੰਦ 'ਤੇ ਕਬਜ਼ਾ ਕੀਤਾ, ਲੇਕਿਨ ਵਧੇਰੇ ਸਮਾਂ ਫਿਰ ਨਹੀਂ ਠਹਿਰ ਸਕੇ, ਕਿਉਂਕਿ ਜ਼ੈਨ ਖਾਨ ਨੂੰ ਥਾਪਣ ਵਾਲਾ ਇੱਥੋਂ ਦਾ ਗਵਰਨਰ ਅਹਿਮਦ ਸ਼ਾਹ ਅਬਦਾਲੀ ਸੀ, ਪਿੱਛੋਂ ਫਿਰ ਉਹ ਚੜ੍ਹ ਕੇ ਆ ਗਿਆ। 1761 ਵਿੱਚ ਜਾ ਕੇ ਜਦੋਂ ਪਾਣੀਪਤ ਦੇ ਮੈਦਾਨ ਦੇ ਵਿੱਚ ਮਰਾਠਿਆਂ ਨੂੰ ਮਾਰ ਮਾਰੀ ਹੈ, ਉਸ ਤੋਂ ਬਾਅਦ ਅਗਲੇ ਸਾਲ ਸਿੰਘਾਂ ਨੂੰ ਮਾਰ ਮਾਰੀ ਹੈ, ਵੱਡਾ ਘੱਲੂਘਾਰਾ ਹੁੰਦਾ ਹੈ, ਅਤੇ ਘੱਲੂਘਾਰੇ ਤੋਂ ਫੌਰਨ ਬਾਅਦ ਉਸੇ ਹੀ ਦੀਵਾਲੀ ਦੇ ਸਮੇਂ 'ਤੇ ਸਿੰਘਾਂ ਨੇ ਜਦੋਂ ਮਾਰ ਮਾਰੀ, ਫਿਰ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਤੋਂ ਭਜਾਇਆ, ਫਿਰ ਇਹਨਾਂ ਨੇ ਪੰਜਾਬ 'ਤੇ ਕਬਜ਼ੇ ਕੀਤੇ, ਪੰਜਾਬ ਦੇ ਇਲਾਕਿਆਂ 'ਤੇ ਕਬਜ਼ੇ ਕਰਕੇ ਉਸ ਵੇਲੇ ਵੰਡ ਕਰਦਿਆਂ ਹੋਇਆਂ ਫਿਰ ਵੀ ਜਿਹੜਾ ਸਰਹੰਦ ਦਾ ਇਲਾਕਾ ਸੀ ਉਹ ਬਾਬਾ ਆਲਾ ਸਿੰਘ ਹੋਰਾਂ ਨੂੰ ਦੇ ਦਿੱਤਾ। ਸੰਭਾਲੋ, ਸਮਾਂ ਤੇਜ਼ੀ ਨਾਲ ਚੱਲ ਰਿਹਾ ਹੈ, ਮੈਂ ਜਿਤਨੇ ਕੋ ਬਚਨ ਹੋ ਸਕੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ, ਪਰ ਤੁਸੀਂ ਧਿਆਨ ਰੱਖਿਓ ਜੇ ਕੋਈ ਸਿੰਘ ਸਰਹੰਦ ਵਿੱਚ ਰਹਿਣਾ ਪ੍ਰਵਾਨ ਨਹੀਂ ਕਰਦਾ ਸੀ, ਕੋਈ ਨਹੀਂ ਚਾਹੁੰਦਾ ਸੀ ਕਿ ਸਰਹੰਦ ਮੇਰੇ ਕਬਜ਼ੇ ਵਿੱਚ ਹੋਵੇ। ਕਿਉਂ? ਜੋ ਕੁਝ ਜ਼ੁਲਮ ਹੋਇਆ ਸੀ, ਇਸ ਕਰਕੇ ਸਿੰਘਾਂ ਦੀ ਨਜ਼ਰ ਵਿੱਚ ਇਹ ਗੁਰੂ ਮਾਰੀ ਸਰਹੰਦ ਸੀ, ਅਸਾਂ ਨੇ ਸਰਹੰਦ ਵਿੱਚ ਨਹੀਂ ਰਹਿਣਾ, ਸਾਰੇ ਛੱਡਦੇ ਸਾਂ। ਆਲਾ ਸਿੰਘ ਨੂੰ ਦੇ ਦਿੱਤੀ, ਜਿਹੜੇ ਬਾਅਦ 'ਚ ਮਹਾਰਾਜਾ ਪਟਿਆਲਾ ਬਣੇ, ਬਾਬਾ ਆਲਾ ਸਿੰਘ। ਚਲੋ, ਲੇਕਿਨ ਇਸ ਤੋਂ ਪਹਿਲਾਂ ਸਿੰਘਾਂ ਨੇ ਏਕਾਂ ਕਰਕੇ ਸਰਹੰਦ ਢਾਹ ਕੇ, ਜਿਵੇਂ ਇੱਕ ਦਿਨ ਤਹਈਆ ਕੀਤਾ ਸੀ ਕਿ ਇਹਦੇ ਉੱਪਰ ਲੋਹੇ ਦੇ ਸੁਹਾਗਾ ਫੇਰਿਆ ਜਾਏਗਾ, ਲੋਹੇ ਦਾ ਸੁਹਾਗਾ ਫੇਰਿਆ। ਉਹ ਸਰਹੰਦ ਜਿਹੜੀ ਲਾਹੌਰ ਨਾਲੋਂ ਵਧੇਰੇ ਅਹਿਮੀਅਤ ਰੱਖਦੀ ਸੀ ਅਤੇ ਜਿਹਦੀ ਪ੍ਰਸਿੱਧੀ ਸੀ ਈਵਨ ਦਿੱਲੀ ਨਾਲੋਂ ਵਧੇਰੇ ਪ੍ਰਸਿੱਧੀ ਰੱਖਦੀ ਸੀ, ਸਰਹੰਦ ਢਾਹ ਢੇਰੀ ਕਰਕੇ ਉੱਪਰ ਲੋਹੇ ਨਾਲ ਸੁਹਾਗਾ ਫੇਰ ਦਿੱਤਾ। ਇਸ ਪਾਵਨ ਸਥਾਨ ਫਤਿਹਗੜ੍ਹ ਸਾਹਿਬ ਦੇ ਸਥਾਨ ਦੇ ਬਾਬਤ ਕੋਈ ਵਿਸ਼ੇਸ਼ ਚਿੰਨ੍ਹ ਨਹੀਂ ਮਿਲਦਾ ਇਸ ਸਮੇਂ ਦੇ ਦੌਰਾਨ, ਲੇਕਿਨ ਬਾਬਾ ਆਲਾ ਸਿੰਘ ਹੋਰਾਂ ਦੇ ਚਲੇ ਜਾਣ ਤੋਂ ਬਾਅਦ ਕੁਝ ਸਮਾਂ ਹੋਰ ਬੀਤਿਆ, ਇਹਨਾਂ ਦੇ ਖਾਨਦਾਨ ਵਿੱਚ ਇੱਕ ਕਰਮ ਸਿੰਘ ਨਾਮ ਦੇ ਜਿਹੜੇ ਮਹਾਰਾਜਾ ਹੋਏ, ਉਹਨਾਂ ਦੇ ਅੰਦਰ ਇਹ ਭਾਵਨਾ ਆਈ, ਤਾਂ ਉਹਨਾਂ ਨੇ ਫਸਟ ਟਾਈਮ ਇਸ ਸਥਾਨ ਦੀ ਭਾਲ ਕੀਤੀ, ਜਿਹੜਾ ਕਿ ਮਿਲ ਗਿਆ, ਅਤੇ ਉੱਥੇ ਫਤਿਹਗੜ੍ਹ ਸਾਹਿਬ 'ਤੇ ਜਿੱਥੇ ਸੰਸਕਾਰ ਕੀਤਾ ਗਿਆ ਸੀ ਉੱਥੇ ਜੋਤੀ ਸਰੂਪ ਸਥਾਨ ਬਣਾਇਆ ਗਿਆ। ਔਰ ਅਗਲੀ ਗੱਲ ਸੁਣ ਕੇ ਜਾਣ ਕੇ ਅਸੀਂ ਹੈਰਾਨ ਹੋਵਾਂਗੇ, ਜਦੋਂ ਅਸੀਂ ਹੁਣ ਪਰਸੋਂ ਚੌਥੇ ਦੇਖ ਰਹੇ ਸਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਤਨੀ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਾਮਲ ਸਨ ਜਦੋਂ ਮੁਹੱਲਾ ਨਿਕਲਿਆ। ਮੈਂ
ਜਿੰਨੀਆਂ ਕੋਈ ਪਿਕਚਰ ਮੇਰੇ ਸਾਹਮਣੇ ਆਈਆਂ, ਪਿਕਸ ਆਈਆਂ ਨੇ, ਮੈਂ ਅੰਦਾਜ਼ਾ ਜਿਹਾ ਕਰਦਾ ਸਾਂ ਵੀ ਹਜ਼ਾਰਾਂ ਵਾਲੀ ਗੱਲ ਨਹੀਂ, ਲੱਖਾਂ ਦੀ ਤਾਦਾਦ ਦੇ ਵਿੱਚ ਗੁਰੂ ਦੀਆਂ ਸੰਗਤਾਂ ਸਨ। ਪਰ ਸੰਗਤ ਜੀ, ਇਹ ਜੋੜ ਮੇਲ 11 12 13 ਪੋਹ ਦਾ ਇਹ ਜੋੜ ਮੇਲ ਸਭ ਤੋਂ ਪਹਿਲਾਂ 1888 ਵਿੱਚ ਕੀਤਾ ਗਿਆ ਹੈ। 1888 ਤੱਕ, 1705 ਤੋਂ ਲੈ ਕੇ 1888 ਤੱਕ ਕਿੰਨੇ ਸਾਲ ਹੋ ਜਾਂਦੇ ਨੇ ਭਲਾ? 153 ਸਾਲ, 183 ਸਾਲ। 183 ਸਾਲ ਬਾਅਦ ਜਾ ਕੇ 11 12 13 ਪੋਹ ਨੂੰ ਇੱਥੇ ਜੋੜ ਮੇਲਾ ਕੀਤਾ ਜਾਣਾ ਸ਼ੁਰੂ ਹੋਇਆ। ਔਰ ਇਹ ਜੋੜ ਮੇਲਾ ਸ਼ੁਰੂ ਕਰਨ ਵਾਲੇ ਦੋ ਵਿਸ਼ੇਸ਼ ਵਿਅਕਤੀ ਸਨ, ਬਕਾਇਦਾ ਉਹਨਾਂ ਦੇ ਨਾ ਨਾਂ ਮਿਲਦੇ ਨੇ, ਜ਼ਿਕਰ ਮਿਲਦਾ ਹੈ। ਇੱਕ ਸੀ ਸਰਦਾਰ ਬਚਿੱਤਰ ਸਿੰਘ ਹਰੀਕੇ, ਸ਼ਾਇਦ ਉਹ ਹਰੀਕੇ ਪਿੰਡ ਦਾ ਸੀ ਪਿੱਛੋਂ, ਵੈਸੇ ਕਿਹਾ ਜਾਂਦਾ ਹੈ ਕਿ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਐਕਚੁਅਲੀ, ਪਰ ਇੱਥੇ ਸਰਹੰਦ ਦੇ ਵਿੱਚ ਉਹ ਡਿਪਟੀ ਨਾਜ਼ਮ ਲੱਗਾ ਸੀ, ਨਾਜ਼ਮ ਪ੍ਰਬੰਧਕ ਥਾਪਿਆ ਹੋਇਆ ਸੀ ਰਿਆਸਤ ਪਟਿਆਲਾ ਦੇ ਵੱਲੋਂ। ਇੱਕ ਤਾਂ ਉਸਨੇ ਸ਼ਰਧਾ ਪ੍ਰਗਟ ਕੀਤੀ, ਲੇਕਿਨ ਇਸ ਸਾਰੀ ਕੁਝ ਨੂੰ ਇਤਿਹਾਸਕ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਨਾ, ਉਹ ਦੇਣ ਵਾਲੇ ਸਨ ਅੰਮ੍ਰਿਤਸਰ ਨਿਵਾਸੀ ਮਹਾਨ ਪ੍ਰਸਿੱਧ ਵਿਦਵਾਨ ਗਿਆਨੀ ਠਾਕੁਰ ਸਿੰਘ ਜੀ। ਉਹਨਾਂ ਨੇ ਸੇਧ ਦਿੱਤੀ। ਤਾਂ ਪਹਿਲੀ ਵਾਰ 11 12 13 ਪੋਹ ਨੂੰ 1888 ਸਾਲ ਈਸਵੀ ਮੈਂ ਕਹਿ ਰਿਹਾ, ਇਸ ਵੇਲੇ ਬਿਕਰਮੀ ਨਹੀਂ, 1888 ਈਸਵੀ ਨੂੰ ਇਹ ਜਿਹੜਾ ਦਿਹਾੜਾ ਹੈ ਜੋੜ ਮੇਲ ਕੀਤਾ ਜਾਣਾ ਸ਼ੁਰੂ ਹੋਇਆ। ਇਹਨਾਂ ਨੇ ਆਪ ਸਾਰੇ ਯਤਨ ਕੀਤੇ। ਅੰਮ੍ਰਿਤ ਵੇਲੇ ਬਕਾਇਦਾ ਜ਼ਿਕਰ ਜਿਹਾ ਆਉਂਦਾ, ਜਿਵੇਂ ਮੁੱਢਲੀਆਂ ਲੋੜਾਂ ਹੁੰਦੀਆਂ ਨੇ, ਤੱਤੇ ਪਾਣੀ ਦੇ ਕੜਾਏ ਜਿਹੜੇ ਸੀ ਉਹ ਤਿਆਰ ਕਰਦੇ, ਪਾਣੀ ਜਿਹੜਾ ਸੀ ਉਬਾਲ ਦੇਣਾ ਤਾਂ ਕਿ ਆਏ ਹੋਏ ਜਿਹੜੇ ਨੇ ਉਹ ਸਾਰੇ ਅੰਮ੍ਰਿਤ ਵੇਲੇ ਇਸ਼ਨਾਨ ਕਰ ਸਕਣ, ਹੋਰ ਜਿਹੜੀਆਂ ਜ਼ਰੂਰਤਾਂ ਨੇ ਪੂਰੀਆਂ ਕਰਨ ਵਾਲੀਆਂ ਉਹ ਕੀਤੀਆਂ ਜਾ ਸਕਣ। ਹੌਲੀ 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 ਇੱਥੇ ਪਹੁੰਚ ਗਏ। ਦੂਸਰਾ ਪੱਖ ਛੋਟਾ ਜਿਹਾ ਤੁਸੀਂ ਹੋਰ ਧਿਆਨ ਰੱਖ ਲੈਣਾ। ਚਮਕੌਰ ਸਾਹਿਬ ਉਹ ਪਾਵਨ ਧਰਤੀ ਜਿਸ ਦੇ ਬਾਬਤ ਨਾ ਤੁਸੀਂ ਹੁਣ ਕਿਤੇ ਦਰਸ਼ਨ ਅੱਜ ਭਲਕ ਵੀ ਗਏ ਹੋ ਕੀਤੇ ਹੋਣ। ਅਕਸਰ ਇਹਨਾਂ ਫੋਟੋਆਂ ਬੜੀਆਂ ਪ੍ਰਚਲਿਤ ਨੇ, ਜਿਹੜੀਆਂ ਮੁੱਖ ਸਥਾਨ ਜਿਹੜਾ ਹੈ ਜਿਸ ਨੂੰ ਕਤਲਗੜ੍ਹ ਸਾਹਿਬ ਆਖਿਆ ਜਾਂਦਾ ਹੈ, ਉਸ ਸਥਾਨ ਦੇ ਨਾ ਬਾਹਰ ਲਿਖ ਕੇ ਨਾ ਇਹ ਅੱਲਾ ਯਾਰ ਖਾਂ ਜੋਗੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ। ਬਸ एक हिंद में तीर्थ है यात्रा के लिए, कटाए बाप ने बच्चे जहाँ खुदा के लिए। चमक है मेर की चमकौर तेरे जर्रों में, बन के यहाँ से सितारे गए आसमां के लिए। गुरु गोबिंद के लखते जिगर अजीत और जुझार, आसमान में एक यहाँ दो चांद हैं ज़िया के लिए, ज़ियारत वास्ते। फिर कहते भटकते फिरते हैं क्यों, हज करें या आकर ये काबा पास है हर एक खालसा के लिए। ਤੁਸੀਂ ਜਿਹੜੇ ਗਏ ਹੋ ਦਰਸ਼ਨ ਕੀਤੇ ਹੁਣ ਚੰਗੀ ਤਰ੍ਹਾਂ, ਤੁਹਾਨੂੰ ਧਿਆਨ ਹੋਣਾ ਹੈ ਚਮਕੌਰ ਸਾਹਿਬ ਦੇ ਵਿੱਚ 5 ਵਿਸ਼ੇਸ਼ ਸਥਾਨ ਨੇ, ਗੁਰਦੁਆਰੇ ਬਣੇ ਹੋਏ ਨੇ ਇਸ ਘਟਨਾ ਦੇ ਨਾਲ। ਇੱਕ ਜਿੱਥੇ ਸਤਿਗੁਰੂ ਮਹਾਰਾਜ ਜਾ ਕੇ ਬਾਗ ਵਿੱਚ ਡੇਰਾ ਲਾਇਆ ਸੀ, ਉਸ ਦਾ ਨਾਮ ਦਮਦਮਾ ਸਾਹਿਬ ਹੈ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਹਵੇਲੀ ਵਿੱਚ ਜਿੱਥੇ ਜਾ ਕੇ ਠਹਿਰੇ ਸਨ, ਗੜੀ ਉਸ ਦਾ ਨਾਮ ਸੀ, ਉਸ ਦਾ ਨਾਮ ਗੜੀ ਸਾਹਿਬ, ਗੁਰਦੁਆਰਾ ਗੜੀ ਸਾਹਿਬ ਹੋਇਆ। ਫਿਰ ਇਸ ਦੇ ਨਾਲ ਹੀ ਹੈ ਰਣਜੀਤਗੜ੍ਹ ਰੱਖਿਆ ਹੋਇਆ। ਇਸ ਦੇ ਨਾਲ ਹੀ ਇੱਕ ਸਥਾਨ ਹੈ ਜਿਸ ਦਾ ਨਾਮ ਹੈ ਤਾੜੀ ਸਾਹਿਬ, ਵੀ ਗੁਰੂ ਸਾਹਿਬ ਉੱਥੇ ਤਾੜੀ ਮਾਰ ਕੇ ਨਿਕਲੇ ਨੇ, ਹਾਂਜੀ, ਇਸ ਬਾਹੀ 'ਤੇ ਉਸ ਸਥਾਨ ਦਾ ਨਾਮ ਤਾੜੀ ਸਾਹਿਬ ਹੈ। ਜਿੱਥੇ ਜੂਝੇ ਉਹ ਸਥਾਨ ਅਜੇ ਲੱਭਿਆ ਨਹੀਂ ਗਿਆ ਸੀ, ਔਰ ਜਿਹੜਾ ਨੇ ਬਾਅਦ ਵਿੱਚ ਸੰਸਕਾਰ ਕੀਤਾ ਉਹਨਾਂ ਨੇ ਕਦੀ ਜ਼ਿਕਰ ਕੀਤਾ ਸੀ ਦਮਦਮਾ ਸਾਹਿਬ ਜਾ ਕੇ ਦਸਮ ਪਾਤਸ਼ਾਹ ਜੀ ਦੇ ਪਾਸ 2 ਸਿੰਘ ਸਨ, ਇਹ ਵੀ ਪਟਿਆਲਾ ਰਿਆਸਤ ਦੇ ਨਾਲ ਜੁੜੇ ਹੋਏ ਸਨ। ਇੱਕ ਦਾ ਨਾਮ ਸੀ ਰਾਮਾ, ਭਾਈ ਰਾਮਾ, ਦੂਜੇ ਦਾ ਨਾਮ ਸੀ ਭਾਈ ਤਿਲੋਕਾ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਉੱਥੇ ਗਏ ਸਾਂ ਮਾਮਲਾ ਤਾਰਨ ਵਾਸਤੇ, ਜਦੋਂ ਮੁੜ ਕੇ ਆਏ ਹਾਂ ਅਤੇ ਬੁੱਧੀ ਚੰਦ ਹੋਰਾਂ ਨੇ ਸਾਰਿਆਂ ਨੇ ਅਸੀਂ ਮਿਲੇ ਉੱਥੇ। ਹੁਣ ਇਹ ਵੀ ਚੌਧਰੀ ਸਨ, ਉਹ ਵੀ ਚੌਧਰੀ ਸੀ। ਇਹਨਾਂ ਨੇ ਸਾਨੂੰ ਮਿਲ ਕੇ ਆਖਿਆ ਕਿ ਦੇਖੋ ਜਿਹੜੇ ਤੁਰਕ ਨੇ ਆਪਣੀਆਂ ਲਾਸ਼ਾਂ ਦੇ ਨਾ, ਸਿਪਾਹੀਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਜਿਵੇਂ ਕਿਵੇਂ ਹੋਇਆ ਦਫਨਾ ਕੇ ਚਲੇ ਗਏ ਨੇ, ਲੇਕਿਨ ਸਿੰਘਾਂ ਦੀਆਂ ਲਾਸ਼ਾਂ ਦਾ ਸੰਸਕਾਰ ਨਹੀਂ ਅਜੇ ਹੋਇਆ, ਹੁਣ ਬਦਬੂ ਮਾਰਨ ਲੱਗ ਪਈ ਹੈ। ਕਹਿੰਦੇ ਨੇ ਬੁੱਧੀ ਚੰਦ ਹੀ ਸਾਡੇ ਨਾਲ ਰਲਿਆ, ਔਰ ਅਸਾਂ ਨੇ ਵੀ
ਰਲ ਕੇ ਇਹਨਾਂ ਸਾਰੀਆਂ ਲਾਸ਼ਾਂ ਦਾ ਸੰਸਕਾਰ ਕੀਤਾ, ਸਰੀਰਾਂ ਦਾ ਸੰਸਕਾਰ ਕੀਤਾ, ਅਤੇ ਸੰਸਕਾਰ ਕਰਕੇ ਜਿਹੜੀ ਭਸਮ ਸੀ ਨਾ ਉਹ ਅਸਾਂ ਨੇ ਉੱਥੇ ਦਬਾ ਦਿੱਤੀ ਹੈ। ਇਹ ਦਮਦਮਾ ਸਾਹਿਬ ਦੀ ਬਾਤ ਹੈ। ਇਹ ਦੋਏ ਸਿੰਘ ਆ ਕੇ ਇੱਥੇ ਜ਼ਿਕਰ ਕਰਦੇ ਨੇ। ਇੱਥੇ ਇਹਨਾਂ ਨੇ ਦੋਹਾਂ ਨੇ ਅੰਮ੍ਰਿਤ ਛਕਿਆ ਔਰ ਇਹਨਾਂ ਦੋਹਾਂ ਦਾ ਨਾਮ ਭਾਈ ਰਾਮ ਸਿੰਘ ਅਤੇ ਭਾਈ ਤਰਲੋਕ ਸਿੰਘ ਹੋਇਆ। ਸਮਾਂ ਬੀਤਦਾ ਗਿਆ। ਜਿਸ ਜੱਦੋ ਜਹਿਦ ਵਿੱਚ ਸੰਘਰਸ਼ ਵਿੱਚੋਂ ਲੰਘਦੇ, ਜਿਵੇਂ ਆਪਾਂ ਪਹਿਲਾਂ ਗੱਲ ਵਿਚਾਰੀ ਹੈ, ਉਵੇਂ ਸਾਰਾ ਕੁਝ ਤੁਰਦਾ ਚਲਿਆ ਆਇਆ। ਲੰਬਾ ਸਮਾਂ ਹੋ ਗਿਆ। ਇਸ ਚਮਕੌਰ ਸਾਹਿਬ ਤੋਂ ਤਕਰੀਬਨ 6 ਕਿਲੋਮੀਟਰ ਦੀ ਦੂਰੀ 'ਤੇ ਇੱਕ ਪਿੰਡ ਹੈ ਬੇਲਾ, ਨਾਲ ਹੈ ਪਿੰਡ ਬਹਿਰਾਮਪੁਰ। ਜੇ ਤੁਸੀਂ ਗਏ ਹੋ, ਦਰਸ਼ਨ ਕੀਤੇ ਹੋਣ ਤਾਂ ਤੁਹਾਨੂੰ ਪਤਾ ਹੋਵੇਗਾ ਉਸ ਇਲਾਕੇ ਦਾ। ਬੇਲਾ ਬਹਿਰਾਮਪੁਰ ਨਾਲ ਨਾਲ ਪਿੰਡ ਨੇ ਦੋਵੇਂ। ਬੇਲਾ ਦਾ ਰਹਿਣ ਵਾਲਾ ਇੱਕ ਸੱਜਣ ਸੀ ਜਿਸ ਦਾ ਨਾਮ ਸੀ ਸਰਦਾਰ ਹਰਦਿਆਲ ਸਿੰਘ। ਸੰਭਵ ਹੈ ਉਸ ਦਾ ਅਜੇ ਨਾ ਵਿਆਹ ਨਹੀਂ ਹੋਇਆ ਸੀ, ਸ਼ਾਦੀ ਨਹੀਂ ਹੋਈ ਸੀ। ਸ਼ਾਦੀ ਹੋਈ ਸੀ ਅਤੇ ਬੱਚਾ ਨਹੀਂ ਹੋਇਆ ਸੀ। ਇਹ ਦੋਵੇਂ ਗੱਲਾਂ 'ਚ ਕੋਈ ਵੀ ਇੱਕ ਹੋ ਸਕਦੀ ਹੈ। ਉਹਨੇ ਆ ਕੇ ਭਾਲ ਕੀਤੀ। ਭਾਲ ਕਰਦਿਆਂ 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 ਉਸ ਸਥਾਨ 'ਤੇ ਪਹੁੰਚ ਗਿਆ। ਗਾਗਰ ਲੱਭ ਗਈ ਨਿਸ਼ਾਨੀ ਕਿ ਇਸ ਥਾਂ 'ਤੇ ਬਾਬਾ ਅਜੀਤ ਸਿੰਘ ਹੋਰਾਂ ਦਾ, ਜੁਝਾਰ ਸਿੰਘ ਹੋਰਾਂ ਦਾ ਅਤੇ ਬਾਕੀ ਸਿੰਘਾਂ ਦਾ ਸੰਸਕਾਰ ਕੀਤਾ ਗਿਆ। ਸਥਾਨ ਬਣਾਇਆ, ਤਾਣੇ ਆਪਣੇ ਕੋਲੋਂ ਖਰਚਿਆ ਵਿਸ਼ੇਸ਼ ਤੌਰ 'ਤੇ, ਬਾਕੀ ਸਿੱਖ ਸੰਗਤਾਂ ਨੇ ਸਾਰੀਆਂ ਨੇ ਸਹਿਯੋਗ ਕੀਤਾ। ਹੁਣ ਅਗਲੀ ਗੱਲ ਜਿਹੜੀ ਹੈ ਨਾ, ਵਾਹਿਗੁਰੂ ਦੇਖਣਾ ਕਿਤਨੀ ਪਾਏਦਾਰ ਹੈ ਅਤੇ ਸਾਡੇ ਧਿਆਨ ਕਰਨ ਵਾਲੀ ਹੈ। ਜਿਸ ਦਿਨ ਇਮਾਰਤ ਤਿਆਰ ਹੋ ਗਈ, ਤਿਆਰ ਹੋਣ ਤੋਂ ਬਾਅਦ ਅਰਦਾਸ ਕਰਨ ਲੱਗੇ। ਅਰਦਾਸੀਏ ਸਿੰਘ ਨੂੰ, ਗ੍ਰੰਥੀ ਸਿੰਘ ਨੂੰ ਜਾ ਕੇ ਸਰਦਾਰ ਹਰਦਿਆਲ ਸਿੰਘ ਹੋਰਾਂ ਨੇ ਕੋਲ ਆਖਿਆ, ਬਾਕੀ ਅਰਦਾਸ ਦੇ ਨਾਲ ਮੇਰੇ ਵੱਲੋਂ ਇਹ ਵੀ ਅਰਦਾਸ ਕਰਿਓ ਜੀ। ਕਹਿੰਦਾ ਨਹੀਂ ਪਾਤਸ਼ਾਹ ਸਾਹਿਬ, ਮੈਂ ਨਹੀਂ ਕਰ ਸਕਦਾ। ਕਹਿੰਦੇ ਨਹੀਂ ਕਰੋ, ਮੇਰੀ ਭਾਵਨਾ ਹੈ, ਤੁਸੀਂ ਕਰੋ ਅਰਦਾਸ। ਆਮ ਤੌਰ 'ਤੇ ਜਿਵੇਂ ਹੁੰਦਾ ਹੈ, ਮੇਰੀ ਭਾਵਨਾ, ਤੁਸੀਂ ਅਰਦਾਸ ਕਰੋ। ਮਾਨਯੋਗ ਜੀ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਨਹੀਂ, ਮੈਂ ਇਹ ਅਰਦਾਸ ਨਹੀਂ ਕਰ ਸਕਦਾ, ਤੁਸੀਂ ਆਪ ਕਰ ਲਓ। ਭਾਈ ਹਰਦਿਆਲ ਸਿੰਘ ਨੇ ਆਖਿਆ ਫਿਰ ਤੁਸੀਂ ਪਿੱਛੇ ਹਟ ਜਾਓ, ਮੈਂ ਅਰਦਾਸ ਕਰਦਾ। ਅਤੇ ਅਰਦਾਸ ਕਰਦਿਆਂ ਇਹ ਆਖਿਆ ਹੱਥ ਜੋੜ ਕੇ, ਐ ਗੁਰੂ ਕਲਗੀਧਰ ਪਾਤਸ਼ਾਹ, ਤੁਸਾਂ ਨੇ ਕਿਰਪਾ ਕੀਤੀ ਮੇਰੇ 'ਤੇ, ਮੈਨੂੰ ਇਸ ਸਥਾਨ ਦੀ ਸੇਵਾ ਕਰਨ ਦਾ ਬਲ ਬਖਸ਼ਿਆ, ਮੌਕਾ ਬਣਿਆ। ਤੁਸੀਂ ਇਹ ਵੀ ਕਿਰਪਾ ਕਰਿਓ ਜੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਘਰ ਵਿੱਚ ਕੋਈ ਔਲਾਦ ਨਾ ਹੋਵੇ, ਮੇਰੇ ਘਰ ਵਿੱਚ ਸੰਤਾਨ ਨਾ ਹੋਵੇ। ਮੈਂ ਨਹੀਂ ਚਾਹੁੰਦਾ ਕਿ ਕਦੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਸੰਤਾਨ ਇਹੋ ਜਿਹੀ ਭਾਵਨਾ ਰੱਖਦੀ ਹੋਵੇ ਇਸ ਸਥਾਨ 'ਤੇ ਪ੍ਰਬੰਧ 'ਤੇ ਕਾਬਜ਼ ਹੋਣ ਦਾ, ਜਾਂ ਕਿਸੇ ਰੂਪ ਦੇ ਵਿੱਚ ਕਾਬਜ਼ ਹੋਣ ਦਾ ਯਤਨ ਕਰਦੀ ਹੋਵੇ। ਮੈਂ ਰੁਕ ਜਾਣਾ, ਬਾਕੀ ਵਿਚਾਰਾਂ ਆਪਾਂ ਫਿਰ ਸ਼ਾਮ ਨੂੰ ਗੱਲ ਕਰਨ ਦਾ ਯਤਨ ਕਰਾਂਗੇ। ਸ਼ਹੀਦਾਂ ਦਾ ਇਹ ਸਾਕਾ ਬਾਬਾ ਅਜੀਤ ਸਿੰਘ ਹੋਰਾਂ ਦਾ, ਬਾਬਾ ਜੁਝਾਰ ਸਿੰਘ ਹੋਰਾਂ ਦਾ, ਬਾਬਾ ਜੀ ਸਤਿਕਾਰਯੋਗ ਬਾਬਾ ਜ਼ੋਰਾਵਰ ਸਿੰਘ ਹੋਰਾਂ ਦਾ, ਬਾਬਾ ਫਤਿਹ ਸਿੰਘ ਹੋਰਾਂ ਦਾ ਮਹਾਨ ਨੇ, ਮਹਾਨ ਨੇ, ਮਹਾਨ ਨੇ। ਕਿਸੇ ਹੋਰ ਸਾਹਿਬਜ਼ਾਦੇ ਨਾਲ, ਕਿਸੇ ਹੋਰ ਸਾਹਿਬਜ਼ਾਦੇ ਬਾਬੇ ਨਾਲ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ। ਇਹਨਾਂ ਗੁਣਾਂ ਦੀ, ਇਹਨਾਂ ਵਡਿਆਈਆਂ ਦੀ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ। ਔਰ ਦੋਹਾਂ ਥਾਵਾਂ 'ਤੇ ਹੁਣ ਹਜ਼ਾਰਾਂ ਨਹੀਂ, ਲੱਖਾਂ ਦੇ ਰੂਪ ਦੇ ਵਿੱਚ ਇਕੱਠ ਹੁੰਦਾ ਹੈ। ਉੱਥੇ 6, 7, 8 ਪੋਹ ਨੂੰ ਚਮਕੌਰ ਸਾਹਿਬ ਜੋੜ ਮੇਲਾ ਹੁੰਦਾ ਹੈ, ਸ਼ਹੀਦੀ ਜੋੜ ਮੇਲਾ। ਔਰ ਫਤਿਹਗੜ੍ਹ ਸਾਹਿਬ 11, 12, 13 ਪੋਹ ਨੂੰ ਸ਼ਹੀਦੀ ਜੋੜ ਮੇਲਾ ਹੁੰਦਾ ਹੈ। ਅਸਾਂ ਸਾਰਿਆਂ ਨੇ ਹੁਣ ਵੀ ਦੇਖਿਆ ਅਤੇ ਮਨਾਇਆ ਜਾ ਰਿਹਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ। ਧਿਆਨ ਰੱਖਿਓ ਜੇ ਮਹਾਨ ਸ਼ਹੀਦਾਂ ਦੇ ਚੱਲਣ ਪੂਰਨਿਆਂ 'ਤੇ ਸਾਰਿਆਂ ਨੇ ਚੱਲਣ ਦਾ ਯਤਨ ਕਰਨਾ। ਗੁਰੂ ਸਾਹਿਬ ਦਾ ਅੱਜ ਵੀ ਇਹੀ ਸੁਨੇਹਾ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਹਾਂਜੀ ਸੋਈ ਭਲ ਮਾਨੋ, ਹਰਿ ਹਰਿ ਕਥਾ ਨਿਰਾਲੀ। ਜੇ ਭਲ ਕਰਕੇ ਨਹੀਂ ਮੰਨੋਗੇ, ਭਲਾ ਕਰਕੇ ਨਹੀਂ ਮੰਨੋਗੇ, ਅਤੇ ਬਾਕੀ ਸਾਹਿਬਜ਼ਾਦਿਆਂ ਬਾਬੇ ਵਾਂਗੂ ਦੂਰ ਦੂਰ ਰਹਿ ਜਾਓਗੇ, ਭਾਵੇਂ ਗੁਰੂ ਕੇ ਹੀ ਹੋਵੋਗੇ ਤੁਸੀਂ। ਛੀਨਾ ਸਾਹਿਬ ਪਰਿਵਾਰ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਪ੍ਰਸ਼ਾਦ ਪਾਣੀ ਦੀ। ਦੂਜੇ ਪਾਸੇ ਗਾਖਲ ਪਰਿਵਾਰ ਦੇ ਵੱਲੋਂ ਸਾਰੀ ਸੇਵਾ ਕੀਤੀ ਜਾ ਰਹੀ ਹੈ। ਅਸੀਸਾਂ ਦਿਓ ਜੇ, ਨਾਲੇ ਪ੍ਰਸ਼ਾਦ ਪਾਣੀ ਛਕਿਓ ਜੇ, ਨਾਲ ਗੁਰੂ ਰੂਪ ਸੰਗਤ ਦੇ ਰੂਪ ਦੇ ਵਿੱਚ ਅਸੀਸਾਂ ਦਿਓ ਜੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਰਿਵਾਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ, ਸੇਵਾ ਪ੍ਰਵਾਨ ਕਰਿਓ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
हे गुरु वाहे गुरु साहिब जी, वाहे गुरु वाहे गुरु वाहे गुरु जी, वाहे गुरु साहिब जी। वाहे गुरु वाहे गुरु वाहे गुरु वाहे गुरु वाहे गुरु वाहे गुरु। बोलिए सच धर्म झूठ ना बोलिए, झूठ ना बोलिए, जो गुर दसे वाट मुरीदा जोलिए, जो गुर दसे वाट मुरीदा जोलिए। ज्योति ज्योत रली संपूर्ण थी यारा, सूरज किरण मिले जल का जल हुआरा, सूरज किरण मिले सूरज किरण मिले जल का जल हुआ राम। सो कहियत है सूरा, सो कहियत है सूरा, सो कहियत है सूरा। जाको हर रंग लगो इस जुग में, जाको हर रंग लगो इस जुग में। सो कहियत सूरा, सो कहियत है सूरा, सो कहियत है सूरा, सूरा 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 सूरा। सो कहियत, सो कहियत है सूरा, सो कहियत है सूरा। ठाकुर गाइए आत्म रंग, शरणी पावन नाम ते आवन, सहज समावन संग, सहज
सहज समावन संग सो कहियत है सूरा, सो कहियत है सूरा, सो कहियत है सूरा। जाको हर रंग लगो इस जुग में, जाको हर रंग लगो इस जुग में, सो कहियत है सूरा, सो कहियत है सूरा। जन के चरण बसे मेरे हियरे, जन के चरण बसै मेरे हियरे, जन के चरण बसे, चरण बसे, चरण बसे, चरण संग पुनी जन के चरण बसे मेरे हियरे, संग पुनीता दे, जन की धूर देहो कृपान दे, जन की देहो कृपान दे, जन की धूर जन की धूर, जन की धूर देहो कृपान दे, जन की धूर देहो कृपान दे, नानक के सुख एहि, नानक के सुख एहि, सो कहियत है सूरा, सो कहियत है सूरा। जाको हर रंग लगो इस जुग में, जाको हर रंग लगो इस जुग में, सो कहियत है सूरा, सो कहियत है सूरा, सो कहियत है सूरा, सो कहियत है सूरा, सो कहियत है सूरा। आत्म जिण सगल बसता के, आत्म जिण सगल बसता के, सगल बसता के, सगल सगल बसता आत्म जिणे सगल बसता के, जाको सतगुर पूरा, जाको सतगुर पूरा, सो कहियत है सूरा, सो कहियत है सूरा, सो कहियत है सो कहियत है सो कहियत है सूरा, सूरा, सूरा। सुरबीर बचन के बली, सुरबीर बचन के बली। सुरबीर बचन के बली, सुरबीर बचन के बली। जपला बचन के बली, सुरबीर बचन के बली। कौलाबपुरी संति छली, संति छली। कौलाबपुरी संति छली, संति छली। सुरबीर बचन के बली,
सुरवीर बचन के, सुरवीर बचन के बलि, सुरवीर बचन के बलि। कोट कोट अघ काटन हारा, कोट कोट अघ काटन हारा, दुख दूर करन जी के दातारा, के दातारा। गोला बपरी संती छली, संती छली, गोला बपरी संती छली, संती छली। सूरवीर बचन के बलि, सूरवीर बचन के बलि, सूरवीर बचन के बलि, सूरवीर बचन के बलि। आठ पहर निकट कर जाने, आठ पहर निकट कर जाने, प्रभु का किया मीठा माने, प्रभु का किया मीठा माने। एक नाम संतन आधार, संतन आधार, होए रहे सबकी पगछार, सबकी पगछार। एक नाम संतन आधार, संतन आधार, होए रहे सबकी पगछार, सबकी पगछार। सुरवीर बचन के बलि, सूरवीर बचन के बलि, सूरवीर बचन के बलि, बलि, सूरवीर बचन के बलि, बलि। संत रहत सुनो मेरे भाई, संत रहत सुनो मेरे भाई, वहाँ की महिमा कथन न जाई। वर्तन जाके केवल नाम, आनंद रूप कीर्तन बिसरा, बिसरा। मित्र सत्र जाके एक समाने, प्रभु अपने बिन अवर न जाने, प्रभु अपने बिन अवर न जाने, अवर न जाने।
काका संग बाछै सुरदेव अमोघ दरस सफल जा की सेव कर जोड़ नानक करे अरदास मोहे संतह टहल दीजै गुणतास मित्र सतर जाके एक समाने प्रभु अपने बिन प्रभु अपने बिन अवर न जाने तन जियो ते को जग में मुख ते हर चित में जुध विचारे मुख ते हर चित में जुध विचारे गगन दमामा बाजियो परे निशाने खाओ गगन दमामा बाजियो परे निशाने खाओ खेत जो मांड्यो सूरमा अब जूजन को दा खेत जो मांड्यो सूरमा अब जूजन को दा अब जूजन को दाओ अब जूजन को दाओ अब जूजन को दाओ अब जूजन को दाओ जूजन को दाओ अब जूजन को दाओ अब जूजन को दाओ अब जूजन को दाओ खेत जो मांड्यो सूरमा 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 अब जूजन को दाओ गगन दमामा बाजियो दमामा बाजियो परे निशाने खाओ साच कहो सुन ले हो सबे साच कहो सुन ले हो सब साच कहो सुन ले हो सबे साच कहो सुन ले हो सब जिन प्रेम कियो तिन ही प्रभु पायो 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 जिस प्यारे सिਉਨੇ ਹੋ ਅਸਲ ਪ੍ਰੇਮ ਇਹਨੂੰ ਹੀ ਕਹਿੰਦੇ ਨੇ ਜੇ ਲੋੜ ਪਾ ਜਾਏ ਨਾ ਸੀਸ ਦੇਣ ਤੇ ਫਿਰ ਗੁਰੂ ਤੋਂ ਕੁਰਬਾਨ ਹੋ ਜਾਏ ਚਾਂਦਨੀ ਚੌਂਕ ਕਾਜੀ ਨੇ ਹੱਥ ਵਿੱਚ ਮਾਲਾ ਫੜੀ ਜਿਹੜੀ ਇਸ਼ਾਰਾ ਰੱਬ ਵੱਲ ਕਰਦੀ ਹੈ ਪਰ ਫਤਵਾ ਜਾਰੀ ਕਰਦੇ ਨੇ ਕਹਿੰਦੇ ਨੇ ਮਤੀ ਦਾਸ ਤੈਨੂੰ ਲੱਕੜ ਵਾਂਗ ਚੀਰ ਦਿਆਂਗੇ ਹਲੇ ਵੀ ਮੌਕਾ ਹੈ ਮੁਸਲਮਾਨ ਬਣ ਜਾ ਜਿੱਥੇ ਸਾਹਿਬਜ਼ਾਦੇ ਯਾਦ ਆਉਂਦੇ ਨੇ ਨਾ ਕਹਿੰਦੇ ਨੇ ਫਿਰ ਇਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਭਾਈ ਤਾਰੂ ਸਿੰਘ ਜੀ ਸਾਰੇ ਸਾਹਮਣੇ ਆ ਜਾਂਦੇ ਨੇ ਹਲੇ ਵੀ ਮੌਕਾ ਹੈ ਤੇਰੇ ਹੱਥ ਬਨ ਕੇ ਤੈਨੂੰ ਲੱਕੜ ਵਾਂਗ ਚੀਰ ਦਿਆਂਗੇ ਭਾਈ ਸਾਹਿਬ ਕਹਿੰਦੇ ਨੇ ਤੁਸੀਂ ਆਪਣਾ ਕਰਮ ਕਮਾਓ ਆਰਾ ਜ਼ਰੂਰ ਚਲਾਓ ਪਰ ਆਰਾ ਚਲਾਉਣ ਤੋਂ ਪਹਿਲਾਂ ਮੇਰੇ ਗੁਰੂ ਦੇ ਦੀਦਾਰ ਕਰਾ ਦਿਓ ਪਿੰਜਰੇ ਵਿੱਚ ਕੈਦ ਬੈਰਾਗ ਦੀ ਮੂਰਤ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜਦੋਂ ਅੱਖਾਂ ਨਾਲ ਦਰਸ਼ਨ ਕੀਤਾ ਨਾ ਭਾਈ ਸਾਹਿਬ ਨੇ ਤੇ ਮਹਾਰਾਜ ਨੇ ਵੇਖਿਆ ਭਾਈ ਮਤੀ ਦਾਸ ਜੀ ਵੱਲ ਬੋਲੇ ਤਾਂ ਕੁਝ ਨਹੀਂ ਮੁਸਕਰਾਏ ਥੋੜਾ ਜਿਹਾ ਜਦੋਂ ਮੁਸਕਰਾਏ ਨਾ ਭਾਈ ਮਤੀ ਦਾਸ ਜੀ ਜੱਲਾਦਾਂ ਨੂੰ ਤੇ ਕਾਜੀ ਨੂੰ ਕਹਿੰਦੇ ਨੇ ਇੱਕ ਜਨਮ ਤੇ ਮੇਰੇ ਗੁਰੂ ਲਈ ਬਹੁਤ ਛੋਟਾ ਹੈ ਮੇਰੇ ਗੁਰੂ ਦੀ ਮੁਸਕਰਾਹਟ ਵਿੱਚ ਐਸੀ ਬਖਸ਼ਿਸ਼ ਹੈ ਐਸੀ ਪਾਵਰ ਹੈ ਐਸੀਆਂ ਰਮਜ਼ਾਂ ਨੇ ਕਾਜੀ ਜੀ ਐ ਜੱਲਾਦ ਜੇ ਮੈਂ ਹਜ਼ਾਰਾਂ ਵਾਰੀ ਗੁਰਸਿੱਖ ਬਣ ਕੇ ਆਵਾਂ ਆਪਣੇ ਗੁਰੂ ਤੋਂ ਕੁਰਬਾਨ ਜੇ ਹਜ਼ਾਰਾਂ ਵਾਰੀ ਗੁਰਸਿੱਖ ਬਣ ਕੇ ਇਹਨੂੰ ਕਹਿੰਦੇ ਨੇ ਅਸਲ ਪ੍ਰੇਮ इश्क मोहब्बत नानका लेखा करते पास दिल दरवानी जो करे दरवेसी दिलवास एक प्रेम पंजाब दी धरती ते केवल नौजवानों नूं सुनाया जाता है सोहनी महिवाल दा मुबारक है हीर रांझे दा मुबारक है
ਪਰ ਇਸ ਤੋਂ ਵੱਡਾ ਇਸ਼ਕ ਕਿਹੜਾ ਹੋ ਸਕਦਾ ਹੈ? ਕਦੇ ਆਰੀ ਤੇ, ਕਦੇ ਦੰਦਿਆਂ ਤੇ, ਕਦੇ ਤਲਵਾਰਾਂ ਤੇ, ਕਦੇ ਦੇਗਾਂ ਤੇ। ਇਸ ਤੋਂ ਵੱਡਾ ਇਸ਼ਕ ਕੋਈ ਨਹੀਂ ਹੋ ਸਕਦਾ। ਸੱਚਾ ਪ੍ਰੇਮ ਸਤਿਗੁਰੂ ਕਹਿ ਰਹੇ ਨੇ ਮੁਬਾਰਕ ਹੈ। ਜੇ ਪਤੀ ਪਤਨੀ ਦਾ ਸੱਚਾ ਪ੍ਰੇਮ ਹੈ, ਬਹੁਤ ਚੰਗੀ ਗੱਲ ਹੈ। ਤੇਰੇ ਘਰ ਦੇ ਪ੍ਰੇਮ ਵਿੱਚੋਂ ਹੀ ਸਵਰਗ ਨਜ਼ਰ ਆਉਣਾ ਹੈ, ਤੇ ਤੇਰੇ ਘਰ ਦੇ ਪ੍ਰੇਮ ਵਿੱਚੋਂ ਹੀ ਪਰਮਾਤਮਾ ਦੀ ਬਖਸ਼ਿਸ਼ ਨਜ਼ਰ ਆਉਣੀ ਹੈ। ਪਰ ਭਾਈ ਤਾਰੂ ਸਿੰਘ ਜੀ ਵਰਗਾ ਇਸ਼ਕ ਕਰ ਸਕਦਾ ਕੋਈ? ਕਦੇ ਆਰੀ ਤੇ, ਕਦੇ ਦੰਦਿਆਂ ਤੇ, ਕਦੇ ਦੇਗਾਂ ਤੇ, ਕਦੇ ਤੇਗਾਂ ਤੇ। ਕਹਿੰਦੇ ਨੇ ਕੋਈ ਹੱਥ ਜੋੜ ਕੇ ਆਏ, ਨਿਭ ਕੇ ਆਏ, ਇੱਥੇ ਦੇਗਾਂ ਵੀ ਚੱਲਦੀਆਂ ਨੇ, ਤੇ ਜਿਹੜਾ ਇੱਥੇ ਕੋਈ ਚੜ ਕੇ ਆਏ ਫਿਰ ਇੱਥੇ ਤੇਗਾਂ ਵੀ ਚੱਲਦੀਆਂ ਨੇ। ਦੇਗ ਤੇਗ ਫਤਿਹ ਕੀਤੀ ਸਤਿਗੁਰਾਂ ਨੇ। ਸੋ ਮੇਰਾ ਮਨ ਕੀਤਾ ਹੈ ਵੀ 4-5 ਦਿਨ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਭੁੱਲ ਨਾ ਜਾਇਓ। ਹੁਣ ਨਵਾਂ ਸਾਲ ਆ ਗਿਆ, ਵਧਾਈਆਂ ਜੀ, ਫਲਾਣਾ ਜੀ, ਪਕੌੜੇ ਜੀ, ਜਲੇਬੀਆਂ ਜੀ, ਮੁਬਾਰਕ ਹੈ। ਇਹ 4-5 ਦਿਨ ਨਹੀਂ, ਹਰ ਪਲ, ਹਰ ਦਿਨ, ਹਰ ਕਦਮ, ਹਰ ਇੱਕ ਮਹੀਨਾ ਤੈਨੂੰ ਸਾਹਿਬਜ਼ਾਦਿਆਂ ਨੂੰ ਸਮਰਪਣ ਹੋਣਾ ਚਾਹੀਦਾ ਹੈ। ਘੱਟੋ ਘੱਟ ਇੱਕ ਦਿਨ 'ਚ ਇੱਕ ਵਾਰ ਤੈਨੂੰ ਜ਼ਰੂਰ ਤੇਰੀ ਰਸਨਾ ਤੇ ਆਉਣੇ ਚਾਹੀਦੇ ਨੇ। ਫਿਰ ਮਹਾਰਾਜ ਕਹਿ ਰਹੇ ਨੇ ਤੇਰੇ ਪ੍ਰੇਮ ਦੀਆਂ ਤਾਰਾਂ ਵੀ ਜੁੜ ਜਾਣਗੀਆਂ। ਜੋੜ ਕੇ ਰੱਖਿਓ ਤਾਰਾਂ। ਇੰਡੀਆ ਵਿੱਚ ਜੇ ਲਾਈਟ ਚਲੀ ਜਾਏ ਨਾ, ਤੇ ਲੋਕੀ ਤਾਰਾਂ ਕਟਾ ਨਹੀਂ ਦਿੰਦੇ, ਖੰਭੇ ਪਟਾ ਨਹੀਂ ਦਿੰਦੇ, ਵੇਟ ਕਰਦੇ ਨੇ ਕਦੇ ਵੀ ਲਾਈਟ ਆ ਸਕਦੀ ਹੈ। ਸਾਹਿਬਜ਼ਾਦੇ ਕਹਿੰਦੇ ਨੇ ਓਏ ਗੁਰਮੁਖੋ, ਤਾਰਾਂ ਜੋੜ ਕੇ ਰੱਖੋ, ਸਾਨੂੰ ਯਾਦ ਰੱਖੋ, ਤੁਹਾਡੇ ਘਰਾਂ ਵਿੱਚ ਵੀ ਨਾਮ ਦਾ ਦੀਵਾ ਪਤਾ ਨਹੀਂ ਕਦੋਂ ਜਗ ਜਾਏ। ਵੇਟ ਕਰਦੇ ਰਹੋ, ਅਰਦਾਸਾਂ ਕਰਦੇ ਰਹੋ, ਕਰਿਓ ਕਿਰਪਾ ਸਾਰੇ। ਸਾਚ ਕਹੋ ਸੁਨ ਲੈ ਹੋ ਸਭ ਹੈ, साच कहो सुन ले हो सब है। करो वरदान। साच कहो सुन ले हो सब है। साच कहो सुन ले हो सब है। साच कहो प्रेम कियो जिन प्रेम कियो तिन ही प्रभु पायो। जिन प्रेम कियो जिन प्रेम कियो तिन ही प्रभु। जिन प्रेम कियो जिन प्रेम कियो तिन ही प्रभु। जिन प्रेम कियो जिन प्रेम कियो तिन ही प्रभु पायो। जिन प्रेम कियो जिन प्रेम कियो तिन ही प्रभु। बर्तन जाके केवल ना, बर्तन जाके केवल ना। आनंद रूप कीर्तन बिसरा, कीर्तन बिसरा। आनंद रूप कीर्तन बिसरा, कीर्तन बिसरा। सुरबीर बचन के बली, 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 सुरबीर बचन के बली।